ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਵਿੱਚ। ਮੈਂ ਹਾਂ ਨਵਜੀਤ। ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਤੇ ਚਰਚਾ ਕਰਨੀ ਹੈ, ਕੋਸ਼ਿਸ਼ ਕਰੀਦੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਤੁਹਾਡੇ ਸਾਹਮਣੇ ਰੱਖੀਏ। ਤੇ 24 ਘੰਟੇ ਵਿੱਚ ਵਾਪਰਿਆ ਤਾਂ ਵਾਕਈ ਬਹੁਤ ਕੁਝ ਹੈ। ਇੱਕ ਪਾਸੇ ਸਿਆਸਤ ਦੇ ਵਿੱਚ ਭੁਚਾਲ ਆਇਆ ਹੋਇਆ ਹੈ ਤੇ ਦੂਸਰੇ ਪਾਸੇ ਅੱਜ ਉੱਤਰ ਭਾਰਤ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੇਪਾਲ ਦੇ ਵਿੱਚ ਕਿਹਾ ਗਿਆ ਕਿ ਉਹਦਾ ਕੇਂਦਰ ਬਣਿਆ। ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ। ਅਸੀਂ ਆਸ ਕਰਦੇ ਹਾਂ, ਦੁਆਵਾਂ ਕਰਦੇ ਹਾਂ ਕਿ ਸਾਰਾ ਕੁਝ ਠੀਕ ਰਹੇ। ਥੋੜੇ ਬਹੁਤੇ ਘਰਾਂ 'ਚ ਉੱਥੇ ਕਹਿੰਦੇ ਆ ਤਰੇੜਾਂ ਆਈਆਂ। ਉੱਤਰ ਭਾਰਤ ਵਿੱਚ ਵੀ ਕੁਝ ਕੁ ਥਾਵਾਂ ਤੇ ਦਿੱਲੀ ਵਾਲੇ ਪਾਸੇ 4.6 ਤੀਬਰਤਾ ਦੇ ਨਾਲ ਭੁਚਾਲ ਆਇਆ ਤੇ ਪੰਜਾਬ ਦੇ ਵਿੱਚ ਵੀ। ਹਾਲਾਂਕਿ ਨੇਪਾਲ ਦੇ ਵਿੱਚ 6.4 ਤੀਬਰਤਾ ਦੱਸੀ ਗਈ ਹੈ। ਚਲੋ ਸਾਰਾ ਕੁਝ ਠੀਕ ਰਹੇ, ਪਰ ਜਿਹੜੇ ਸਿਆਸੀ ਭੁਚਾਲ ਦੀ ਅਸੀਂ ਗੱਲ ਕਰਦੇ ਪਏ ਹਾਂ, ਸਿਆਸਤ ਦੇ ਵਿੱਚ ਬਹੁਤ ਕੁਝ ਵਾਪਰਦਾ ਪਿਆ। ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਲੈ ਕੇ ਉਧਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਪਤਾ ਨਹੀਂ ਲੱਗਦਾ ਪਿਆ। ਭਾਰਤਿੰਦਰ ਚਾਹਲ ਨੂੰ ਅਜੇ ਤੱਕ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੱਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਰਹੇ, ਉਹ ਮਿੱਲ ਵਾਲੇ ਪਾਸੇ ਕਹਿੰਦੇ ਜਿਹੜੀ ਜ਼ਮੀਨ ਇੱਧਰੋਂ ਉੱਧਰੋਂ ਬਣਵਾਈ ਗਈ ਸੀ ਤੇ ਉਸ ਮਾਮਲੇ 'ਚ ਕਾਰਵਾਈ ਕੀਤੀ। ਭੁਚਾਲ ਉਸ ਤੋਂ ਬਾਅਦ ਵੀ ਥੋੜਾ ਜਿਹਾ ਸਿਆਸੀ ਤੌਰ ਤੇ ਆਇਆ। ਅੱਜ ਰਹਿੰਦੀ ਕਸਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੱਢ ਦਿੱਤੀ ਹੈ। ਬਾਜਵਾ ਸਾਹਿਬ ਕਹਿੰਦੇ ਚਿੰਤਾ ਨਾ ਕਰੋ, ਇਹ ਕਾਂਗਰਸ ਨੇ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ ਨਾ ਤਾਂ ਇਹ ਡੈਥ ਵਾਰੰਟ ਤੇ ਸਾਈਨ ਕਰਨ ਦੇ ਬਰਾਬਰ ਹੈ। ਸਰਕਾਰ ਸਿੱਟਦਾ ਨਹੀਂ, ਕਹਿੰਦੇ ਅਸੀਂ ਕੁਛ ਦਿਨ ਹੋਰ ਹੈ, ਚਿੰਤਾ ਨਾ ਕਰੋ, ਮੌਕਾ ਭਾਲਦੇ ਪਏ ਆ। ਜਿੱਦਣ ਸਾਨੂੰ ਮੌਕਾ ਮਿਲ ਗਿਆ ਨਾਲ ਹੀ ਸਿਆਸੀ ਤੌਰ ਤੇ ਪਟਾਕਾ ਪਾ ਦੇਣਾ, ਕਿਉਂਕਿ ਸਾਡੇ ਟੱਚ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਕੁ ਵਿਧਾਇਕ ਨੇ। ਇਹ ਹੂਬਹੂ ਉਹਨਾਂ ਦੀਆਂ ਗੱਲਾਂ ਨੇ। ਕਿੰਨਾ ਕੁ ਸਹੀ ਹੈ ਕਿੰਨਾ ਕੁ ਨਹੀਂ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹੜੀਆਂ ਗੱਲਾਂ ਕਹੀਆਂ ਇੱਥੇ ਵੀ ਅਸੀਂ ਦੇਖਦੇ ਹਾਂ। ਜਾਖੜ ਸਾਹਿਬ ਦਾ ਵੀ ਬਿਆਨ ਉਧਰੋਂ ਆਇਆ। ਜਾਖੜ ਸਾਹਿਬ ਨੇ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਜੋ ਇਸ ਵੇਲੇ ਮੁੱਦਾ ਭਖਿਆ ਹੋਇਆ ਉੱਤੇ ਗੱਲ ਕੀਤੀ ਹੈ। ਦਰਅਸਲ ਪੰਜਾਬ ਦੇ ਗਵਰਨਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ 50,000 ਕਰੋੜ ਰੁਪਏ ਦਾ ਹਿਸਾਬ ਦਿੱਤਾ ਜਾਵੇ। ਤੁਸੀਂ ਹਿਸਾਬ ਦਿੰਦੇ ਕਿਉਂ ਨਹੀਂ ਪਏ? ਮੁੱਖ ਮੰਤਰੀ ਸਾਹਿਬ ਦੇ ਦਫ਼ਤਰੋਂ ਵੀ ਚਿੱਠੀ ਭੇਜੀ, ਕਹਿੰਦੇ ਚਿੰਤਾ ਕਾਹਤੋਂ ਕਰਦੇ ਆ, ਥੋੜੇ ਜਿਹੇ ਕੰਮਾਂ 'ਚ ਬਿਜੀ ਸੀਗੇ, ਦੇਣੇ ਹਿਸਾਬ। ਅੱਜ ਕਹਿੰਦੇ ਹਿਸਾਬ ਦਿੱਤਾ ਤੇ 47,000 ਕਰੋੜ ਰੁਪਇਆ ਇਹ ਬਣਦਾ, ਹਿਸਾਬ ਕਿਤਾਬ ਦਿੱਤਾ। ਮਾੜੀ ਖਬਰ ਇੱਕ ਹਸਪਤਾਲ ਤੋਂ ਆਈ ਹੈ, ਕਹਿੰਦੇ ਕਿ 24 ਘੰਟੇ ਵਿੱਚ 24 ਮੌਤਾਂ ਹੋ ਗਈਆਂ। ਅੰਕੜੇ ਕਹਿੰਦਾ ਹੈ ਕਿ 32 ਹੋ ਗਈਆਂ। ਦੱਸਿਆ ਇਹ ਜਾ ਰਿਹਾ ਕਿ 70 ਤੋਂ ਵੱਧ ਹੋਰ ਹੈ ਜਿਹੜੇ ਬਹੁਤ ਗੰਭੀਰ ਹੈ। ਅੱਧੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਹਸਪਤਾਲ ਅੰਕੜੇ ਲੁਕੋ ਰਿਹਾ। ਇਹਦੇ ਵਿੱਚ ਕੀ ਸੱਚਾਈ ਹੈ, ਗੱਲ ਇਹਦੀ ਵੀ ਕਰਾਂਗੇ। ਲਖੀਮਪੁਰ ਖੀਰੀ ਨੂੰ ਵੀ 2 ਸਾਲ ਹੋ ਗਏ ਆ। ਘਟਨਾ ਜਦੋਂ ਵਾਪਰੀ ਸੀ ਉਸ ਤੋਂ ਬਾਅਦ ਕਿਸਾਨਾਂ ਦਾ ਵਿਰੋਧ ਚੱਲਦਾ ਪਿਆ। ਕਿੱਥੇ ਇੱਕ ਗੱਲ ਅਜੇ ਤੱਕ ਪਹੁੰਚੀ ਹੈ, ਇਹ ਤੇ ਵੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਹੈ ਭਾਰਤ ਦੀ ਉਸ ਧੀ ਤੋਂ ਜਿਹਨੇ ਇੱਕ ਮੀਲ ਪੱਥਰ ਸਾਬਤ ਕੀਤਾ। ਆਉਣ ਵਾਲੇ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਧੀਆਂ, ਬਹੁਤ ਸਾਰੇ ਲੋਕ, ਬਹੁਤ ਸਾਰੇ ਢੇਰੀ ਢਾਹ ਕੇ ਬੈਠੇ ਹੋਏ ਉਹ ਲੋਕ ਜਿਹੜੇ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ, ਲਓ ਜੀ ਲੁੱਟ ਗਏ, ਮਰ ਗਏ, ਸਾਡੇ ਹੱਥੋਂ ਸਾਰਾ ਕੁਝ ਚਲ ਗਿਆ, ਥੋੜੀਆਂ ਬਹੁਤੀਆਂ ਸਮੱਸਿਆਵਾਂ ਨੂੰ ਵੱਡੀਆਂ ਵੱਡੀਆਂ ਪਹਾੜ ਜਿੱਡੀਆਂ ਕਰਕੇ ਦੇਖ ਲੈਂਦੇ ਆ। ਉਹਨਾਂ ਲਈ ਇੱਕ ਬਹੁਤ ਵੱਡੀ ਉਦਾਹਰਨ ਹੈ। ਸੁਪਰੀਮ ਕੋਰਟ ਵਿੱਚ ਪਹਿਲੀ ਵਾਰ ਹੋਇਆ ਕਿ ਇਸ਼ਾਰਿਆਂ ਦੇ ਨਾਲ ਕਿਸੇ ਵਕੀਲ ਨੇ ਕੇਸ ਲੜਿਆ ਹੋਵੇ। ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਅਸੀਂ ਦਿਖਾਉਂਦੇ ਹਾਂ ਤੁਹਾਨੂੰ ਉਹ ਤਸਵੀਰਾਂ ਉਸ ਭਾਰਤ ਦੀ ਧੀ ਦੀਆਂ ਜਿਹਨੇ ਇਸ਼ਾਰਿਆਂ ਨਾਲ ਇੰਟਰਪ੍ਰੀਟਰ ਕੀਤਾ, ਨਾਲ ਗੱਲਬਾਤ ਉਹਦੇ ਚੱਲਦੀ ਰਹੀ। ਉਧਰਲੇ ਪਾਸੇ ਉਹ ਸ਼ਖਸ ਦਿਖਾਈ ਨਹੀਂ ਦਿੰਦਾ ਸੀ, ਪਰ ਉਹਦੇ ਇਸ਼ਾਰੇ ਦੇਖਦੇ ਦੇਖਦੇ ਜਿੰਨੀ ਸਪੀਡ ਦੇ ਨਾਲ ਬੋਲਦਾ ਪਿਆ ਸੀ, ਸੁਪਰੀਮ ਕੋਰਟ ਦੇ ਜੱਜ ਵੀ ਹੈਰਾਨ ਰਹਿ ਗਏ। ਉਹਨਾਂ ਨੇ ਵੀ ਇੱਕ ਸਮੇਂ ਕਹਿ ਦਿੱਤਾ ਕਿ ਨਹੀਂ, ਉਹ ਮੁੰਡੇ ਦੀ ਵੀ ਵੀਡੀਓ ਜਰਾ ਔਨ ਕੀਤੀ ਜਾਵੇ, ਦੇਖਿਆ ਤਾਂ ਜਾਵੇ ਕਿ ਇਹ ਸ਼ਖਸ ਕੌਣ ਹੈ। ਸਾਰੇ ਪਾਸੇ ਤਾਰੀਫ ਹੋਈ। ਚੀਫ ਜਸਟਿਸ ਆਫ ਇੰਡੀਆ ਨੇ ਵਰਚੁਅਲੀ ਇਹਦੀ ਸੁਣਵਾਈ ਕੀਤੀ ਹੈ। ਇਸ ਧੀ ਦਾ ਨਾਂ ਸਾਰਾ ਸਨੀ ਹੈ। ਹੋਰ ਜਿਹੜਾ ਲੰਬੇ ਸਮੇਂ ਤੋਂ ਇਹਦਾ ਸਾਥੀ ਨਾਲ ਸੀਗਾ ਸੌਰਵ ਰਾਏ ਚੌਧਰੀ, ਹੁਣ ਸਾਰਾ ਤੇ ਸਨੀ ਨੇ ਜਿਸ ਹਿਸਾਬ ਦੇ ਨਾਲ ਇਸ ਕੇਸ ਨੂੰ ਪੇਸ਼ ਕੀਤਾ, ਸਾਰੇ ਜਣੇ ਹੈਰਾਨ ਸੀਗੇ। ਉਦਾਹਰਨ ਉਹਨਾਂ ਲੋਕਾਂ ਲਈ ਹੈ ਜਿਹੜੇ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ। ਹੁੰਦਾ ਕੀ ਹੈ ਕਿਸੇ ਵੇਲੇ ਕਿ ਬੰਦਾ 1-2 ਕੋਸ਼ਿਸ਼ਾਂ ਕਰਦਾ ਕਿਸੇ ਟੈਸਟ ਨੂੰ ਪਾਸ ਕਰਨ ਦੀਆਂ, ਤੇ ਉਹ ਬੰਦਾ ਟੈਸਟ ਨਹੀਂ ਪਾਸ ਕਰਦਾ ਪਰ ਦਿਲ ਛੱਡ ਕੇ ਬਹਿ ਜਾਂਦਾ, ਇਹ ਕਿਹੜਾ ਪਾਸ ਹੋਣਾ ਜੀ, ਸਾਡੇ ਕੋਲੋਂ ਬਹੁਤ ਔਖਾ ਕੰਮ ਹੈ। ਕੁਛ ਲੋਕ ਉਹ ਹੁੰਦੇ ਜਿਹੜੇ ਨਵਾਂ ਬਿਜ਼ਨਸ ਸ਼ੁਰੂ ਕਰਦੇ ਨੇ, ਉਹ ਵੀ ਇਦਾਂ ਹੀ ਕਰਦੇ ਆ ਕਿ ਕੰਮ ਚੱਲਿਆ ਨਹੀਂ, ਪੈਸੇ ਵੀ ਲਾਏ ਸੀਗੇ, ਚਲੋ ਉਹ ਵੀ ਢੇਰੀ ਢਾਹ ਕੇ ਬਹਿ ਜਾਂਦੇ ਆ। ਕੁਛ ਲੋਕ ਉਹ ਹੈ ਜੋ ਵਿਦੇਸ਼ ਜਾਂਦੇ ਆ, ਉੱਥੇ ਜੀ ਸਰੀਰਕ ਤੌਰ ਤੇ ਆਪਾਂ ਠੀਕ ਨਹੀਂ, ਕਦੀ ਦਰਦ ਹੋਣ ਲੱਗ ਪਈ ਹੈ, ਜੀ ਨਹੀਂ ਲੱਗਦਾ ਪਿਆ, ਮਨ ਨਹੀਂ ਲੱਗਦਾ, ਅਸੀਂ ਵਾਪਸ ਚੱਲਨੇ ਆ, ਉਹ ਵੀ ਲੋਕ ਹੈਗੇ ਆ। ਪਰ ਸਾਰਾ ਕੁਝ ਇਹ ਸਾਰੀਆਂ ਛੋਟੀਆਂ ਛੋਟੀਆਂ ਮੁਸੀਬਤਾਂ ਅਸੀਂ ਆਪ ਬਣਾਈਆਂ।
ਜੇਕਰ ਪਹਿਲੀ ਵਾਰ ਹੀ ਤੁਸੀਂ ਕੰਮ ਕਰਨ ਦੇ ਲਈ ਰਾਜੀ ਹੋਵੋ ਤੇ ਤੁਹਾਡੇ ਕੋਲ ਪਹਿਲੀ ਵਾਰ ਵਿੱਚ ਹੀ ਹੋ ਜਾਵੇ ਤੇ ਤੁਹਾਨੂੰ ਕਦੀ ਵੀ ਅਸਫਲਤਾ ਦਾ ਪਤਾ ਨਹੀਂ ਲੱਗਣਾ। ਫਿਰ ਤੁਸੀਂ ਸਵਾਦ ਹਮੇਸ਼ਾ ਚੱਖਦੇ ਰਹਿਣਾ ਸਫਲਤਾ ਦਾ, ਉਹ ਵੀ ਚੰਗੀ ਗੱਲ ਹੈ। ਪਰ ਜੇਕਰ ਤੁਸੀਂ ਕਦੀ ਅਸਫਲ ਹੀ ਨਾ ਹੋਏ ਤੇ ਗਲਤੀ ਤੋਂ ਸਿੱਖਣਾ ਕਿੱਦਾਂ? ਇਨਸਾਨ ਆਪਣੀ ਗਲਤੀਆਂ ਤੋਂ ਸਿੱਖਦਾ। ਪਰ ਇੱਥੇ ਜੇਕਰ ਇਹ ਕਹੀਏ ਕਿ ਮੈਂ ਕਦੀ ਗਲਤੀ ਕੀਤੀ ਨਹੀਂ, ਇਨਸਾਨ ਤਾਂ ਪੁਤਲਾ ਗਲਤੀਆਂ ਦਾ, ਹੁੰਦੀਆਂ ਰਹਿੰਦੀਆਂ ਨੇ। ਵੱਡੇ ਵੱਡੇ ਲੀਡਰ ਕਰ ਗਏ, ਵੱਡੇ ਵੱਡੇ ਗਲਤੀਆਂ ਕਰ ਗਏ, ਇਸ ਵੇਲੇ ਵੀ ਚੱਲਦੇ ਪਏ ਆ, ਕਈ ਕਰਦੇ ਆ। ਪਰ ਮਸਲਾ ਇਹ ਹੈ ਕਿ ਇਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੁੰਦੀ ਹੈ, ਨਾ ਕਿ ਰੌਲਾ ਪਾਉਣ ਦੀ, ਨਾ ਕਿ ਹਾਰ ਮੰਨ ਕੇ ਬੈਠ ਜਾਂਦੀ। ਸਾਰਾ ਨੇ ਉਹ ਸਾਰਾ ਕੁਝ ਕਰਕੇ ਦਿਖਾਇਆ। ਹੁਣ ਚੀਫ ਜਸਟਿਸ ਆਫ ਇੰਡੀਆ ਜਿਨ੍ਹਾਂ ਨੇ ਖੁਦ ਇਹ ਗੱਲ ਕਹੀ ਹੈ ਕਿ ਭਾਈ ਬਹੁਤ ਚੰਗੀ ਗੱਲ ਹੈ, ਸਾਡੇ ਕੋਲ ਆਉਣ ਵਾਲੇ ਸਮੇਂ ਦੇ ਦੌਰਾਨ ਜੇਕਰ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਤਾਂ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਵਕੀਲ ਹੈ ਜਿਹੜੇ ਨਾ ਬੋਲ ਸਕਦੇ ਆ, ਨਾ ਸੁਣ ਸਕਦੇ ਆ, ਪਰ ਕੇਸ ਨੂੰ ਹੱਲ ਕਰ ਸਕਦੇ ਆ। ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ? ਇਸ ਕਰਕੇ ਸ਼ੁਰੂਆਤ ਵਿੱਚ ਇਹ ਗੱਲ ਕੀਤੀ ਹੈ ਕਿਉਂਕਿ ਇਹਨਾਂ ਲੋਕਾਂ ਦਾ ਸਾਥ ਦੇਣਾ ਜ਼ਰੂਰਤ ਹੈ। ਇਹ ਲੋਕ ਉਹ ਨੇ ਜਿਨ੍ਹਾਂ ਨੂੰ ਕੋਈ ਵਿਚਾਰਾ ਨਹੀਂ ਕਹਿ ਸਕਦਾ। ਸਾਡੇ ਕੋਲ ਬਹੁਤ ਸਾਰੇ ਇਦਾਂ ਦੀਆਂ ਉਦਾਹਰਨਾਂ ਨੇ ਕਿ ਬਹੁਤ ਸਾਰੇ ਲੋਕ ਸਰੀਰਕ ਤੌਰ ਤੇ ਸੰਪੂਰਨ ਨਹੀਂ ਹੁੰਦੇ, ਉਹਨਾਂ ਨੂੰ ਮੂੰਹ ਤੇ ਕਹਿ ਦਿੰਦੇ ਆ ਕਿ ਤੁਸੀਂ ਤਾਂ ਹੈਂਡੀਕੈਪਟ ਆ ਜੀ, ਆ ਤੁਸੀਂ ਤਾਂ ਵਿਚਾਰੇ ਜਿਹੇ ਨਹੀਂ। ਉਹਨਾਂ ਨੇ ਵੀ ਅੱਜ ਤੱਕ ਬਹੁਤ ਸਾਰੇ ਉਹ ਲੋਕ ਜਿਹੜੇ ਸਰੀਰਕ ਤੌਰ ਤੇ ਸੰਪੂਰਨ ਨਹੀਂ ਹੁੰਦੇ, ਉਹਨਾਂ ਨੇ ਵੀ ਕਦੀ ਹਾਰ ਨਹੀਂ ਮੰਨੀ। ਸਾਡੇ ਕੋਲ ਵੱਡੇ ਤੋਂ ਵੱਡੀਆਂ ਉਦਾਹਰਨਾਂ ਨੇ, ਵੱਡੇ ਵੱਡੇ ਅਹੁਦਿਆਂ ਤੇ ਉਹ ਲੋਕ ਬੈਠੇ ਹੋਏ ਨੇ, ਸਗੋਂ ਕਿ ਸਾਡੇ ਵਰਗੇ ਸਾਰੇ ਲੋਕਾਂ ਨੂੰ, ਤੁਹਾਡੇ ਵਰਗੇ ਸਾਰੇ ਲੋਕਾਂ ਨੂੰ ਉਹਨਾਂ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੁੰਦੀ ਹੈ। ਸਾਰਾ ਉਹਨਾਂ ਦੇ ਵਿੱਚੋਂ ਇੱਕ ਉਦਾਹਰਨ ਹੈ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਉਹਨਾਂ ਨੇ ਇੱਕ ਗੱਲ ਕਹੀ ਸੀ। ਉਹ ਕਹਿੰਦੇ ਕਾਨੂੰਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸਰਲ ਭਾਸ਼ਾ ਵਿੱਚ ਕਿ ਸਾਰਿਆਂ ਨੂੰ ਸਮਝ ਆ ਸਕੇ, ਤੇ ਇਹ ਵੀ ਉਦਾਹਰਨ ਉਹਦੇ ਨਾਲ ਮਿਲਦੀ ਜੁਲਦੀ ਹੈ। ਇਸ ਕੇਸ ਨੂੰ ਜਿਸ ਹਿਸਾਬ ਦੇ ਨਾਲ ਪੇਸ਼ ਕੀਤਾ ਗਿਆ, ਸਾਰੇ ਜਣੇ ਵਾਹ ਕਰਦੇ ਪਏ ਆ ਤੇ ਕਰਨੀ ਵੀ ਚਾਹੀਦੀ ਹੈ। ਸਾਰਾ ਤੇ ਨਾਲ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਇਸ ਕੇਸ ਨੂੰ ਅੱਗੇ ਵੱਲ ਵਧਾਇਆ, ਤੇ ਆਉਂਦੇ ਦਿਨਾਂ ਨੂੰ ਦੇਖਦੇ ਕੇਸ ਦਾ ਬਣਦਾ ਕਿ ਹਾਲਾਂਕਿ ਉਸ ਮਾਮਲੇ 'ਚ ਤਰੀਕਾਂ ਬਹੁਤ ਪੈਣੀਆਂ ਅਜੇ, ਉਸ ਤੋਂ ਬਾਅਦ ਇੰਤਜ਼ਾਰ ਕਰਾਂਗੇ ਕਿੱਧਰ ਨੂੰ ਗੱਲ ਜਾਂਦੀ ਹੈ। ਪਰ ਮੁਬਾਰਕਾਂ ਕਿ ਇੰਨਾ ਵੱਡੀ ਉਦਾਹਰਨ ਇੱਕ ਸਮਾਜ ਦੇ ਵਿੱਚ ਦਿੱਤੀ ਹੈ ਇਹਨਾਂ ਨੇ। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਪੰਜਾਬ ਦੇ ਕਰਜ਼ੇ ਦੀ। ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਸਿਰ ਜੋ ਕਰਜ਼ਾ ਚੜ੍ਹਿਆ ਪਿਆ ਲਗਾਤਾਰ ਵੱਧਦਾ ਜਾ ਰਿਹਾ। ਅਸੀਂ 4 ਦਿਨ ਪਹਿਲਾਂ ਵੀ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ, ਇੱਕ ਗੱਲ ਦੇਖੀ ਸੀਗੀ 1980 ਤੋਂ ਲੈ ਕੇ 2002 ਤੋਂ ਲੈ ਕੇ 2022 ਤੱਕ ਜਿਸ ਹਿਸਾਬ ਦੇ ਨਾਲ ਸਿਆਸਤਦਾਨਾਂ ਨੇ ਪੰਜਾਬ ਦੇ ਸਿਰ ਕਰਜ਼ਾ ਚਾੜਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਦੇ ਵਿੱਚੋਂ ਅੱਧੇ ਤੋਂ ਵੱਧ ਉਹ ਸਿਆਸਤਦਾਨ ਜਿਨ੍ਹਾਂ ਨੇ ਕਰਜ਼ਾ ਮੋੜਨ ਦੀ ਬਜਾਏ ਹੋਰ ਕਰਜ਼ਾ ਲੈ ਲਿਆ, ਤੇ ਸਰਕਾਰ ਆਮ ਆਦਮੀ ਪਾਰਟੀ ਤੇ ਵੀ ਦੋਸ਼ ਲੱਗਦੇ ਸੀ ਕਿ ਇਹਨਾਂ ਨੇ ਕਰਜ਼ਾ ਲਾਉਣ ਦੇ ਲਈ ਹੋਰ ਕਰਜ਼ਾ ਲਿਆ। ਹਾਲਾਂਕਿ ਪਿਛਲੇ ਦਿਨੀ ਜਦੋਂ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ, ਉਹਨਾਂ ਨੇ ਇੱਕ ਗੱਲ ਸਮਝਾਈ ਕਿ ਆ ਦੇਖੋ ਜੀ ਅਸੀਂ ਇੱਥੋਂ ਕਰਜ਼ਾ ਚੱਕਿਆ ਸੀ, ਇੰਨਾ ਕਰਜ਼ਾ ਵਾਪਸ ਕਰ ਦਿੱਤਾ, ਸਾਨੂੰ GST ਤੋਂ ਇੰਨੇ ਪੈਸੇ ਇਕੱਠੇ ਹੋ ਰਹੇ ਆ, ਵੱਖ-ਵੱਖ ਵਿਭਾਗਾਂ ਦੀ ਇਨਕਮ ਇੰਨੀ ਵਧੀ ਹੈ। ਉਦੋਂ ਲੱਗਦਾ ਸੀ ਕਿ ਚੰਗੀ ਗੱਲ ਹੈ, ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸੇ ਆ ਰਹੇ ਆ। ਪਰ ਵਿਰੋਧੀ ਧਿਰਾਂ ਵੀ ਸਵਾਲ ਪੁੱਛਦੀਆਂ ਸੀ ਸਾਨੂੰ 50,000 ਕਰੋੜ ਦਾ ਹਿਸਾਬ ਤਾਂ ਦਿੱਤਾ ਜਾਵੇ। ਗਵਰਨਰ ਸਾਹਿਬ ਨੇ ਵੀ ਇੱਕ ਚਿੱਠੀ ਕੱਢ ਮਾਰੀ ਕਿ ਤੁਸੀਂ ਦੱਸਦੇ ਕਿਉਂ ਨਹੀਂ ਪਏ ਕਿ ਪੈਸੇ ਇਹ ਖਰਚੇ ਕਿੱਥੇ ਆ। ਉਸ ਦਿਨ ਰੂਰਲ ਡਿਵੈਲਪਮੈਂਟ ਫੰਡ ਦਾ ਇੱਕ ਰੌਲਾ ਪਿਆ, RDF। ਕੇਂਦਰ ਵਾਲੇ ਪਾਸਿਓਂ ਸਾਡੇ ਪੈਸੇ ਰੁਕੇ ਹੋਏ ਨੇ, ਪੰਜਾਬ ਦੇ ਪੈਸੇ ਰੁਕੇ ਆ, ਉਹਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਵੀ ਕੁਝ ਪੈਸੇ ਰੁਕੇ ਆ, ਗਲੀਆਂ ਬਣਨੀਆਂ, ਪਿੰਡਾਂ ਦਾ ਵਿਕਾਸ ਹੋਣਾ, ਸੜਕਾਂ ਬਣਨੀਆਂ, ਉਹ ਵੀ ਪੈਸੇ ਰੁਕੇ ਆ। ਮੁੱਦਾ ਇਹ ਬਹੁਤ ਗੰਭੀਰ ਹੈ। ਪੰਜਾਬ ਕੋਈ ਬਹੁਤਾ ਵੱਡਾ ਨਹੀਂ, ਅਸੀਂ ਕਹਿ ਲਈਏ ਕਿ ਬਹੁਤ ਵੱਡਾ ਹੈ, ਪਰ ਰਕਮ ਜਿਹੜੀ ਹੈ 1100 ਕਰੋੜ ਰੁਪਏ ਦੀ, ਉਹ ਬਹੁਤ ਵੱਡੀ ਹੈ, ਥੋੜੀ ਰਕਮ ਨਹੀਂ। ਵਿਕਾਸ ਹੋਣਾ ਇਹਦੇ ਨਾਲ। ਇਸ ਮੁੱਦੇ ਨੂੰ ਕਿਸੇ ਨੇ ਗੰਭੀਰਤਾ ਨਾਲ ਲਿਆ ਹੀ ਨਹੀਂ। ਸਿਆਸਤਦਾਨ ਠੀਕ ਹੈ, ਵਿਰੋਧੀ ਧਿਰ ਵਾਲਿਆਂ ਦਾ ਇਹ ਮੁੱਖ ਕੰਮ ਹੈ, ਮਕਸਦ ਹੈ ਉਹਨਾਂ ਦਾ ਕਿ ਅਸੀਂ ਮੁੱਦੇ ਚੁੱਕੀਏ, ਪਰ ਨਾਲ ਦੀ ਨਾਲ ਕਦੀ ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਸਰਬਦਲ ਮੀਟਿੰਗ ਸੱਦਣ ਦੀ ਵੀ ਤਾਂ ਗੱਲ ਨਹੀਂ ਕਹੀ ਨਾ। RDF ਦੇ ਮਸਲੇ ਉੱਤੇ ਸਾਰੇ ਇਕੱਠੇ ਵੀ ਕਦੀ ਨਹੀਂ ਹੋਏ ਨਾ। ਧਰਤੀ ਹੇਠਾਂ ਪਾਣੀ ਹੋਰ ਹੇਠਾਂ ਵੱਲ ਜਾ ਰਿਹਾ, ਕਦੀ ਇਹਨਾਂ ਮਸਲਿਆਂ ਤੇ ਇਕੱਠੇ ਤਾਂ ਨਹੀਂ ਹੋਏ ਨਾ। ਬਿਜਲੀ ਨੂੰ ਲੈ ਕੇ ਸਬਸਿਡੀ ਕਹਿੰਦੇ ਦਿੱਤੀ ਜਾ ਰਹੀ ਹੈ, ਪਰ ਹੋਰ ਜ਼ਿਆਦਾ ਕਰਜ਼ਾ ਵੱਧਦਾ ਜਾ ਰਿਹਾ, ਇਹਦੇ ਕਰਕੇ ਕਦੀ ਇਕੱਠੇ ਤਾਂ ਨਹੀਂ ਹੋਏ ਨਾ। ਬਿਜਲੀ ਸਮਝੌਤਿਆਂ ਦੀ ਗੱਲ ਕਿਸੇ ਨੇ ਸੁਣੀ ਹੈ? ਸਿਆਸਤ ਦੇ ਵਿੱਚ ਕਦੀ ਰੌਲਾ ਪੈਂਦਾ ਸੀ, ਵਿਧਾਨ ਸਭਾ 'ਚ ਕਦੀ ਰੌਲਾ ਪੈਂਦਾ ਸੀ ਕਿ ਬਿਜਲੀ ਸਮਝੌਤੇ ਰੱਦ ਕੀਤੇ ਜਾਣ, ਪਰ ਨਹੀਂ, ਕੁਝ ਕੰਪਨੀਆਂ ਨੂੰ ਖੁੱਲੇ ਗੱਫੇ ਦਿੱਤੇ ਆ। ਜੇ ਅੱਜ ਤੁਸੀਂ ਸਮਝੌਤੇ ਰੱਦ ਵੀ ਕਰ ਦਿਓ, ਕੋਈ ਨੁਕਸਾਨ ਨਹੀਂ ਬਹੁਤਾ ਹੋਣ ਵਾਲਾ। ਅਗਲਿਆਂ ਦੇ ਪੰਜੇ ਉਂਗਲਾਂ ਘੇ ਦੇ ਵਿੱਚ ਸੀਗੀਆਂ ਰਹਿਣੀਆਂ। ਹੋ ਸਕਦਾ ਥੋੜਾ ਜਿਹਾ ਘੱਟ ਜੇ ਕੰਮ, ਪਰ ਉਹਨਾਂ ਕੁ ਫਾਇਦਾ ਉਹਨਾਂ ਨੇ ਚੱਖ ਲਿਆ ਹੋਣਾ ਜਿੰਨਾ ਕਿ ਇਹਨਾਂ ਨੂੰ ਹੁਣ ਪਹੁੰਚਾਉਣ ਦੀ, ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਪਰ ਜਦੋਂ ਅਸੀਂ ਗਵਰਨਰ ਸਾਹਿਬ ਦੀ ਗੱਲ ਕਰਦੇ ਆ, ਬਨਵਾਰੀ ਲਾਲ ਪੁਰੋਹਿਤ ਹੋਰਾਂ ਦੀ, ਤਾਂ ਉਹਨਾਂ ਨੇ ਹਿਸਾਬ ਕਿਤਾਬ ਮੰਗਿਆ ਸੀ ਕਿ 50,000 ਕਰੋੜ ਰੁਪਏ ਦਾ ਹਿਸਾਬ ਕਿਤਾਬ ਦਿੱਤਾ ਜਾਵੇ। ਮੁੱਖ ਮੰਤਰੀ ਸਾਹਿਬ ਨੇ ਅੱਜ ਸਾਰੀਆਂ ਗੱਲਾਂ ਇੱਕ ਚਿੱਠੀ ਦੇ ਰੂਪ ਦੇ ਵਿੱਚ ਕਹਿ ਸਕਦੇ ਆ ਕਿ ਜਵਾਬੀ ਚਿੱਠੀ ਭੇਜ ਦਿੱਤੀ ਆ। ਵੈਸੇ ਤਾਂ ਇਹਨਾਂ ਚਿੱਠੀਆਂ ਨੂੰ ਲਵ ਲੈਟਰ ਕਿਹਾ ਗਿਆ,
पर अज एक चिट्ठी भेजी गई, ਉਹਦੇ ਵਿੱਚ ਹਿਸਾਬ ਕਿਤਾਬ ਦਿੱਤਾ ਗਿਆ कि 27,016 करोड़ रुपए का ब्याज है, 10,200 करोड़ मूल करजा, पनसब ते 350 करोड़, उस तो बाद RDF ते 845 करोड़, पावर सबसिडी ते 2556 करोड़, PSCADB इते 998 करोड़, सीकिंग फंड इन्वेस्टमेंट ते 4,000 करोड़, गन्ना किसानां नूं 1,008 करोड़ ते सेंट्रल स्कीमां ते 1,750 करोड़ ते कुल रकम जिहड़ी बनदी है 48,350 करोड़ रुपए। हुण ये वेरवे जिहड़े दित्ते है, नाल ही मान साहब ने गल कहती है कि दिल्ली वाले पासियों जिहड़ा साडा रूरल डिवेलपमेंट दा पैसा रुकिया होया उहदे ते गल कीती जावे। तुसीं केंद्र वालिआं नाल गल तोरो अगे कि पंजाब दा वो पैसा देना जां फिर नहीं। मनाओ कहंदे प्रधानमंत्री साहब नूं, मनाओ गृह मंत्रालय नूं, मनाओ केंद्र सरकार दे उन्हां मंत्रियों नूं, अफसरां नूं जिन्हां ने पंजाब दे पैसे देने हैं, पर नहीं, इत्थे तां शायद कोई चर्चा ही नहीं हुई। ये भी कहा कि घट्टो घट्ट 5 सालां लई सूबे दे करजे दी अदायगी ते भी रोक लगाई जावे। असीं कहंदे विकास करके दिखावांगे, गारंटी दिंने आ। चलो गारंटियां तां पहिलां भी बहुत दित्तियां, कुछ क पूरीआं कुछ क नहीं हुईआं। गवर्नर साहब ने जो जवाब दिता गया तो हुण इत्थों एक गल स्पष्ट है कि 1 अप्रैल 2022 तो 31 अगस्त 2023 तक पंजाब सिर 47,106 करोड़ रुपए का होर करजा चढ़ गया। मुख्यमंत्री साहब लिखते पे कि 27,016 करोड़ रुपए पिछले करजे ते ब्याज अदा करने लई वरते जा रहे सी जो तुहाडी सरकार वेले लिया गया सी। हुण इहदे विचों अद्धे तो वध रकम कांग्रेस सरकार दी है। उस तो पहलां भी जो बकाया चढ़िया वो श्रोमणी अकाली दल दे सिर भी सीगा। 1980 तो बाद जदों पंजाब हेठां वल आउणा शुरू होया, 1984 विच उस दौर चों निकलण दे लई 1991, 92, 93 तक चंगा पैसा खर्चना पिया। उस तो बाद लगातार चाहे 2002 की गल होवे, चाहे 2022 की गल होवे, चन्नी साहब की सरकार होवे, कैप्टन अमरिंदर सिंह होरां दी सरकार होवे, इन्हां ने करजा वापस करन लई कोशिशां की कीतियां। एक बहुत बड़ा इस तरह का सवाल उदों भी खड़ा होया सी ते यही सवाल हुण भी सारिआं दे सामणे है। पर फिर अगे उत्थे गल रुकदी है कि जिहड़े ये करजे की गल की जा रही है, ये आखिर लिथना कदों है, ये कदों वापस होवेगा? जदों तक सरकार सही नीतियां नूं अगे वल नहीं तोरदी उदों तक ये दस्सिया जा रहा है कि जिहड़ा करजा लोकां दे सिर तो लिथना नहीं। किसानां दी गल करिए, करजा उन्हां दे सिर भी है। आम लोकां दी गल करिए तां जम्मदे बच्चे दे सिर 1 लाख रुपए का करजा हुंदा जा रहा है। तो ये घटना किद्दां, ये आउण वाले समय च सरकारां तय करनगियां। खजाने नूं भरना किद्दां? अमरूद जिहड़े सीगे घपला होया सी उस मामले विच खजाने दे पैसे वापस आ रहे, चंगी गल है। पर 33 करोड़ दे नाल कित्थे 27,000 करोड़ है ते 33 करोड़ दे नाल कुछ बनने वाला हैगा? लोग ये भी गल्लां पुछदे पे है। पर चंगी गल है, करजा लाता जिहड़े कहिंदे सी कि सानूं जवाब नहीं दिंदे पे, उन्हां दा जवाब देण दी कोशिश जिस हिसाब नाल कीती है सरकार, हुण अपने वल्लों कल नूं कह सकदी कि असीं चिट्ठी लिखी है, रिकॉर्ड आया ते जाके तुसीं चैक कर लिओ। पर इत्थे ही जदों करजे की गल की जा रही है तो सुनील जाखड़ होरां ने एक प्रैस कॉन्फ्रेंस कर दी। जाखड़ साहब फिर उही गल्लां पुराणियां कि ये जिहड़ा करजा लिया सी तुसीं हिसाब दिंदे सीगे, तुसीं दस्सो सही कि पैसे खर्चे कित्थे है। अगलिਆਂ ने हिसाब देता, फिर भी यकीन नहीं आ रहा। खैरा साहब का मुद्दा भी नाल चक लिया। मुद्दे तो पंजाब दे विच बहुत सारे ने। असीं सुनील जाखड़ होरां नूं इत्थे सुणदे हां कि भाजपा विच जाण तो बाद की उन्हां दे सुर कुछ बदले होए ने, कि भाजपा दे विच जिम्मेवारी मिलण तो बाद पंजाब च भाजपा दे पसार दे लई जो काम करदे पए आ, इन्हां मुद्दिआं नूं बार-बार चक के इन्हां मुद्दिआं ते गलबात करके की भाजपा पार्टी नूं उपर वल लिआया जा सकदा है। ਇਹਦੇ ਵਿੱਚ कोई शक नहीं कि पंजाब ਦੇ सिर करजा ਵਧਿਆ ਤੇ इस मामले ਵਿੱਚ आरडीएफ ਦਾ पैसा वापस देणगे ਜਾਂ नहीं, जाखड़ साहब ਉਹਦੇ ਵਿੱਚ कोशिश करनगे कि नहीं, क्योंकि मुद्दा ਤਾਂ पंजाब ਦਾ ना, संबंध ਉਹਨਾਂ ਦਾ भी पंजाब ਦੇ ਨਾਲ ਹੀ है। एक नज़र जाखड़ साहब ਤੇ मारते हैं ਪਹਿਲਾਂ। 120 ਦਿਨਾਂ ਦੇ ਅੰਦਰ ਜਿਹੜੇ 12,000 ਕਰੋੜ ਰੁਪਏ ਲਏ ਸੀ, ਉਸ ਚੋਂ ਸਿਰਫ ਤੇ ਸਿਰਫ 900 ਕਰੋੜ ਰੁਪਇਆ ਉਹਨਾਂ ਨੇ ਕੈਪੀਟਲ ਜਿਹੜਾ ਕੋਈ इस किस्म के कोई हॉस्पिटल या सड़क या कोई उसारी की हुई किसी किस्म की की हुई, सिर्फ 900 करोड़ रुपया उन्होंने इस्तेमाल किया। वही सारी गल्लां अज चिट्ठी च दोहराणगे। पर मसला है लोगों नूं आ गुमराह करना छड्डण, असल मुद्दों तो गल करन। क्योंकि करजा चुकाउण वास्ते इन्हां ने जिहड़ी स्कीम दित्ती सी भी असीं करीबन 40 तो लैके 50,000 करोड़ रुपया नया रेवन्यू जनरेट करांगे। रेते नूं लैके रेते की प्रॉपर ट्रांसपेरेंट ऑक्शनिंग होगी तो सही पैसा लोगों की जेबां च ना जाके सरकार के खजाने च आऊगा। तो जिहड़ी शराब की बिक्री होंदी है, शराब के उत्ते जिहड़ा
ਠੱਗੀ ਹੁੰਦੀਆਂ ਉਹ ਬੰਦ ਕਰਕੇ ਅਸੀਂ ਉਸ ਚੋਂ 20-30 ਹਜ਼ਾਰ ਕਰੋੜ ਰੁਪਏ ਉਸ ਚੋਂ ਕੱਢਾਂਗੇ। ਸ਼ਰਾਬ ਦਾ ਅੱਜ ਕਲੇਮ ਕਰ ਰਹੇ ਹੈ ਚੰਡੀਗੜ੍ਹੋਂ ਸਾਡੇ ਆ ਰਹੀ ਹੈ, ਉਹਦੇ ਵਿੱਚ ਮੈਂ ਬੜਾ ਸੀਰੀਅਸ ਇਲਜ਼ਾਮ ਇਹਨਾਂ ਤੇ ਲਾ ਰਿਹਾ। ਉਹ ਜਿਹੜੀ ਅਗਰ ਸ਼ਰਾਬ ਇੱਥੋਂ ਕਿਤੇ ਜਾ ਰਹੀ ਹੈ ਉਹ ਵੀ ਇਹਨਾਂ ਦੇ ਆਫੀਸਰ ਸਾਹਿਬਾਨ ਤੇ ਇਹਨਾਂ ਦੇ ਪੋਲੀਟੀਕਲ ਪੈਟਰਨੇਜ ਦੇ ਅੰਦਰ ਉਹਨਾਂ ਦੀ ਜੇਲ੍ਹਾਂ 'ਚ ਬੈਠੇ ਜਿਹੜੇ ਸ਼ਰਾਬ ਦੇ ਤੇ ਦੂਜੇ ਕਿਸਮ ਦੇ ਅਪਰਾਧੀ ਅਨਸਰ ਗੈਂਗਸਟਰਸ ਅੰਦਰ ਬੈਠੇ ਹੈ, ਉਹ ਉਸ ਸਾਰੇ ਧੰਦੇ ਨੂੰ ਚਲਾ ਰਹੇ ਹੈ। ਉਹਦੇ ਵਿੱਚ ਵੀ ਇਹਨਾਂ ਦੀ ਭਾਈਵਾਲੀ ਹੈਗੀ। ਆਈ ਕੈਨ ਪ੍ਰੋਵਾਈਡ ਦਾ ਟੈਲੀਫੋਨ ਨੰਬਰ ਜਿਹੜੇ ਇਸ ਜੇਲ੍ਹ 'ਚੋਂ ਕਿੱਥੋਂ ਕੰਮ ਕਰ ਰਹੇ ਹੈ, ਉਹਦੇ ਵਾਸਤੇ ਵੀ ਉਹਦਾ ਅੱਡ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਦੀ ਗੱਲ ਕਰਾਂਗੇ। ਬਟ ਨਾ ਤਾਂ ਉਹ ਪੈਸਾ ਆਇਆ, ਨਾ ਕਰਜ਼ਾ ਘਟਿਆ, ਤੇ ਆ ਵਿਆਜ ਚੁਕਾਉਣ ਵਾਸਤੇ ਕਰਜ਼ਾ ਹੋਰ ਸਰਕਾਰ ਲੈ ਰਹੀ ਹੈ। ਆ ਪੰਜਾਬ ਦੇ ਵਾਸਤੇ ਖਤਰੇ ਦੀ ਘੰਟੀ ਹੈ, ਜਿਸ ਤੋਂ ਕੇਜਰੀਵਾਲ ਸਾਹਿਬ, ਭਗਵੰਤ ਮਾਨ ਜੀ ਤੇ ਚੀਮਾ ਸਾਹਿਬ ਲੋਕਾਂ ਨੂੰ ਆਂਕੜੇ ਪੜ੍ਹਾ ਕੇ ਗੁੰਮਰਾਹ ਨਹੀਂ ਕਰ ਸਕਦੇ। ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ। ਤੀਜੀ ਗੱਲ, ਬੜੀ ਇੰਟਰਸਟਿੰਗ ਸਮੇਂ ਦੇ ਉੱਤੇ ਕੇਜਰੀਵਾਲ ਸਾਹਿਬ ਦਾ ਆਉਣਾ ਹੋਇਆ। ਕੁਝ ਦਿਨ ਪਹਿਲੇ ਕੇਜਰੀਵਾਲ ਸਾਹਿਬ ਦਾ ਜਦੋਂ 2-3 ਦਿਨ ਪਹਿਲਾਂ ਸੁਖਪਾਲ ਖਹਿਰਾ जी की अरेस्ट हुई, उदों केजरीवाल साहब ने दिल्ली में बयान दिता सी भी किसी एक आदमी को शायद पकड़ा गया है। उसके बारे में मुझे कोई प्रॉपर जानकारी नहीं है, पर मैं उसके ज़्यादा कमेंट नहीं करना चाहूँगा। वो जड़ा एक आदमी सीगा कल जदों आके बोले है, घट्टो घट्ट पंजाब 'च आ गए एक सीनियर लीडर जरूर बन गया। जड़ा सीनियर लीडर पकड़ा गया, घट्टो घट्ट उन्होंने अपने पुराने लीडर ऑफ अपोजिशन ਨੂੰ ਇੱਕ ਸੀਨੀਅਰ ਲੀਡਰ ਦੇ ਤੌਰ ਤੇ ਤਾਂ ਐਕਨੋਲੇਜ ਕੀਤਾ। ਮੈਂ ਉਹਨਾਂ ਦਾ ਇਸ ਗੱਲ ਦਾ ਵੀ ਆਭਾਰੀ ਹਾਂ ਵੀ ਇੱਕ ਸੀਨੀਅਰ ਲੀਡਰ ਸੀ ਜਿਹੜਾ ਪਕੜਿਆ ਗਿਆ। ਉਹਦੇ ਰਾਹੀਂ ਕੱਲ ਜਿਹੜਾ ਉਹਨਾਂ ਦਾ ਮੈਸੇਜ ਸੀਗਾ, ਮੈਂ ਸਮਝਦਾ ਇੱਕ ਚੇਤਾਵਨੀ ਸੀਗੀ ਕਾਂਗਰਸ ਲੀਡਰਸ਼ਿਪ ਨੂੰ। ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਵੀ ਜਿਹੜੇ ਲੋਕ ਕਰਪਸ਼ਨ ਤੇ ਡਰੱਗ ਰਿਲੇਟਿਡ ਇਸ਼ੂਜ਼ ਜਿਹੜੇ ਲੀਡਰ ਹੈਗੇ ਇਹਨਾਂ ਪਾਰਟੀਆਂ 'ਚ, ਉਹਨਾਂ ਨੂੰ ਬਾਹਰ ਕੱਢ ਦਿਓ, ਸਾਰਿਆਂ ਨੂੰ ਬਾਹਰ ਕੱਢੋ। ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਉਹਦੇ 'ਤੇ ਹੁੰਕਾਰਾ ਵੀ ਭਰਵਾਇਆ ਉਹਨਾਂ ਨੇ। ਮੈਂ ਉਸ ਗੱਲ 'ਤੇ ਕਮੈਂਟ ਨਹੀਂ ਕਰਾਂਗਾ ਵੀ ਕੇਜਰੀਵਾਲ ਸਾਹਿਬ ਆਪਣੇ ਸਿਸੋਦੀਆ ਸਾਹਿਬ ਤੇ ਉੱਥੇ ਜਿਹੜੇ ਮੰਤਰੀ ਸਾਹਿਬ ਬੈਠੇ ਇਹਨਾਂ ਦੇ ਇੰਨੇ ਟਾਈਮ ਤੋਂ, ਉਹਦੇ ਵਾਸਤੇ ਦੱਸਣਾ ਭੁੱਲ ਗਏ ਵੀ ਉਹਨਾਂ ਨੂੰ ਤੁਸੀਂ ਅਜੇ ਤਾਈਂ ਕਿਉਂ ਨਹੀਂ ਕੱਢਿਆ। ਪਰ ਕਾਂਗਰਸ ਵਾਲਿਆਂ ਨੂੰ ਇੱਕ ਮੈਸੇਜ ਉਹਨਾਂ ਨੇ ਕਲੀਅਰ ਦਿੱਤਾ। ਉਹਦੇ ਵਿੱਚ ਕੈਚ ਵਰਡ ਜਿਹੜਾ ਹੈ, ਉਹਨਾਂ ਨੇ ਸਿਰਫ ਕਰਪਸ਼ਨ ਵਰਡ ਇਸਤੇਮਾਲ ਨਹੀਂ ਕੀਤਾ, ਉਹਨਾਂ ਨੇ ਡਰੱਗ ਵੀ ਜਿਹੜੇ ਲੋਕ ਇਹਨਾਂ ਦੀ ਪਾਰਟੀ 'ਚ ਡਰੱਗ ਦੇ ਰਿਲੇਟਿਡ ਕੇਸ ਜਿਨ੍ਹਾਂ 'ਤੇ ਹੈਗੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਤੇ ਉਹਦੇ ਨਾਲ ਹੀ ਉਹਨੂੰ ਭਗਵੰਤ ਮਾਨ ਜੀ ਦੀ ਉਸ ਤੋਂ 2 ਦਿਨ ਪਹਿਲਾਂ ਵਾਲੀ ਸਟੇਟਮੈਂਟ ਹੈ, ਉਹਨੂੰ ਐਡ ਕਰੋ। ਭਗਵੰਤ ਮਾਨ ਜੀ ਨੇ ਪਬਲਿਕਲੀ ਇਹ ਗੱਲ ਕਹੀ ਸੀ ਵੀ ਆ ਜਿਹੜੇ ਡਰੱਗ ਰਿਲੇਟਿਡ ਕੇਸ ਹੈਗੇ, ਚਾਹੇ 5 ਸਾਲ ਪੁਰਾਣੇ ਹੈ, ਚਾਹੇ 10 ਸਾਲ ਪੁਰਾਣੇ ਹੈ, ਚਾਹੇ 15 ਸਾਲ ਪੁਰਾਣੇ ਹੈ, ਚਾਹੇ ਕਿਸੇ ਨੇ ਆਪਣੇ ਨਾਮ ਕਢਾ ਲਏ ਹੋਣੇ ਉਸ ਸਮੇਂ ਦੀ ਸਰਕਾਰਾਂ ਮੁੱਖ ਮੰਤਰੀਆਂ ਨਾਲ ਮਿਲ ਕੇ, ਮੈਂ ਛੱਡਣੇ ਉਹ ਵੀ ਨਹੀਂ। ਇਹਦਾ ਮਤਲਬ ਹੈ ਵੀ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਮਾਰੀ ਵੀ ਜਾਂਦੇ ਆ, ਦੂਜੇ ਪਾਸੇ ਰੋਣ ਵੀ ਨਹੀਂ ਦਿੰਦੇ। ਇੱਕ ਕਲੀਅਰ ਕੱਟ ਮੈਸੇਜ ਧਮਕਾਇਆ ਹੈ ਪੰਜਾਬ ਕਾਂਗਰਸ ਦੀ ਉਸ ਸੀਨੀਅਰ ਲੀਡਰਸ਼ਿਪ ਨੂੰ ਜਿਨ੍ਹਾਂ ਦੇ ਮਨ ਦੇ ਅੰਦਰ ਖੋਟ ਹੈ ਵੀ ਤੁਸੀਂ ਬੰਦੇ ਬਣ ਜਾਓ, ਤੁਹਾਨੂੰ ਛੱਡਣਾ ਮੈਂ ਵੀ ਨਹੀਂ। ਆਹ 3 ਮੇਨ ਗੱਲਾਂ ਜਿਹੜੀਆਂ ਸਾਹਮਣੇ ਆਈਆਂ, ਇਟ ਇਜ਼ ਬੀਇੰਗ ਡਨ ਐਟ ਦਾ ਕਾਸਟ ਆਫ ਪੰਜਾਬ। ਪੰਜਾਬ ਦੇ ਪੈਸੇ ਦੀ ਦੁਰਵਰਤੋਂ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ, ਤੇ ਇਸ ਸੋ ਕਾਲਡ ਆਪਣੀ ਜਿਹੜੀ ਗਵਰਨਮੈਂਟ ਦੀ ਸਰਕਾਰੀ ਅਪੋਜੀਸ਼ਨ ਹੈ ਉਹਨੂੰ ਹੋਰ ਦਬਾ ਕੇ ਉਹਨਾਂ ਨੂੰ ਘੁੱਟਨਿਆਂ ਪਰਨਾ ਕਰਕੇ ਜਿਹੜਾ ਉਹਨੂੰ ਹੋਰ ਜ਼ਲੀਲ ਕਰਨ ਦਾ ਸੁਨੀਲ ਜਾਖੜ ਹੋਰਾਂ ਨੂੰ ਤੁਸੀਂ ਸੁਣਿਆ। ਅਸੀਂ ਸ਼ੁਰੂ ਵਿੱਚ ਵੀ ਭੁਚਾਲ ਦੀ ਗੱਲ ਕੀਤੀ ਸੀ, ਹੁਣ ਜਿਹੜੇ ਸਿਆਸੀ ਭੁਚਾਲ ਦੀ ਗੱਲ ਹੈ ਉਹ ਵੀ ਕਰਦੇ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਸਿਆਸਤਦਾਨ ਇਹ ਦਾਅਵੇ ਕਰਦੇ ਪਏ ਹੈ ਕਿ ਸਾਡੀ ਸਰਕਾਰ ਆ ਜਾਣੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਤੋੜ ਦੇਣੀ ਹੈ, ਥੋੜ੍ਹੇ ਦਿਨ ਰੁਕੋ, ਚਿੰਤਾ ਦੀ ਕੋਈ ਗੱਲ ਨਹੀਂ। ਕਾਂਗਰਸ ਦੇ ਸਿਆਸਤਦਾਨ ਨੇ, ਚੰਗੇ ਸਿਆਸਤਦਾਨ ਮੰਨੇ ਜਾਂਦੇ ਆ, ਕਈ ਅਹੁਦਿਆਂ 'ਤੇ ਰਹੇ ਨੇ, ਵੱਡੀਆਂ ਜ਼ਿੰਮੇਵਾਰੀਆਂ ਵੀ ਮਿਲੀਆਂ, ਉਹਨਾਂ ਨੂੰ ਨਿਭਾਇਆ ਵੀ। ਪ੍ਰਤਾਪ ਸਿੰਘ ਬਾਜਵਾ ਅੱਜ ਜਦੋਂ ਇਹ ਗੱਲ ਕਹਿੰਦੇ ਪਏ, ਸੁਖਪਾਲ ਸਿੰਘ ਖਹਿਰਾ ਦੇ ਮੁੱਦੇ 'ਤੇ ਵੀ ਉਹਨਾਂ ਨੇ ਕੁਛ ਬੋਲਿਆ, ਉੱਤੇ ਵੀ ਅਸੀਂ ਦੇਖਾਂਗੇ ਕੀ ਗੱਲ ਕਹੀ ਉਹਨਾਂ ਨੇ। ਦਰਅਸਲ ਸੁਖਪਾਲ ਸਿੰਘ ਖਹਿਰਾ, ਉਹਨਾਂ ਦਾ ਸੁਪੁੱਤਰ ਵੀ ਜਦੋਂ ਮੀਡੀਆ ਦੇ ਮੂਹਰੇ ਆ ਕੇ ਗੱਲ ਕਰਦਾ ਪਿਆ, ਜਾਣ ਬੁੱਝ ਕੇ ਫਸਾਇਆ ਗਿਆ।
ਜਦੋਂ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਪਏ ਕਿ ਸਿਆਸੀ ਕੀੜਾਂ ਕੱਢੀਆਂ ਜਾ ਰਹੀਆਂ ਨੇ, ਫਿਰ ਇੱਥੋਂ ਧਿਆਨ ਕਈ ਪਾਸੇ ਜਾਂਦਾ ਹੈ। ਹਾਲਾਂਕਿ ਪਿਛਲੇ ਦਿਨਾਂ ਦੇ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਕਈ ਇਸ ਤਰ੍ਹਾਂ ਦੇ ਮੁੱਦੇ ਖੜੇ ਕੀਤੇ, ਤੱਥਾਂ ਦੇ ਨਾਲ ਗੱਲਾਂ ਕੀਤੀਆਂ। ਉਹਨਾਂ ਦੇ ਵਿੱਚੋਂ ਕੁਝ ਸਹੀ ਲੱਗਦੀਆਂ ਸੀ, ਕੁਝ ਗਲਤ ਲੱਗਦੀਆਂ ਸੀ, ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸੀ ਜਿਹੜੀਆਂ ਲੱਗਦੀਆਂ ਹੋਈਆਂ ਸਰਕਾਰ ਨੂੰ ਕਿ ਸਾਡੇ ਖਿਲਾਫ ਹੈ। ਕੁਝ ਲੋਕਾਂ ਨੂੰ ਲੱਗਦਾ ਹੋਣਾ ਕਿ ਖਹਿਰੇ ਨੇ ਤਾਂ ਬਾਈ ਕਮਾਲ ਹੀ ਕਰ ਦਿੱਤੀ। ਕੁਝ ਲੋਕਾਂ ਨੂੰ ਲੱਗਦਾ ਹੋਣਾ ਕਿ ਖਹਿਰਾ ਵੀ ਨਵਜੋਤ ਸਿੰਘ ਸਿੱਧੂ ਦੀ ਵਾਂਗੂ ਕਿਤੇ ਲੋੜ ਤੋਂ ਵੱਧ ਨਹੀਂ ਬੋਲਦਾ ਪਿਆ। ਕੁਝ ਲੋਕਾਂ ਨੇ ਇਸ ਤਰ੍ਹਾਂ ਦੇ ਕਮੈਂਟ ਥੱਲੇ ਕੀਤੇ ਸੀ, ਪਰ ਅਸੀਂ ਉਹਨਾਂ ਗੱਲਾਂ 'ਚ ਨਹੀਂ ਜਾਂਦੇ। ਮਸਲਾ ਇਹ ਹੈ ਇੱਥੇ ਕਿ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਹਿਰਾਸਤ ਵਿੱਚ ਸੀ। ਜਿਸ ਹਿਸਾਬ ਦੇ ਨਾਲ ਘਰੋਂ ਉਹਨਾਂ ਨੂੰ ਚੱਕਿਆ ਗਿਆ ਸਵੇਰੇ ਸਵੇਰੇ, ਜਿਸ ਹਿਸਾਬ ਦੇ ਨਾਲ ਉਹ ਕਹਿੰਦੇ ਰਹੇ ਕਿ ਮੈਨੂੰ ਵਾਰੰਟ ਦਿਖਾਏ ਜਾਣ, ਕਿਹਾ ਜਾ ਰਿਹਾ ਸੀ ਕਿ ਇਹਦੇ ਵਿੱਚ ਕੁਝ ਕੁ ਬੰਦੇ ਸਿਵਲ ਡਰੈਸ ਦੇ ਵਿੱਚ ਨੇ, ਵੱਡੇ ਅਹੁਦਿਆਂ ਵਾਲੇ ਨੇ। ਚੰਡੀਗੜ੍ਹ ਪੁਲਿਸ ਨੂੰ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਗਿਆ? ਜਲਾਲਾਬਾਦ ਤੋਂ ਪਹੁੰਚੇ ਨੇ, ਜਲੰਧਰ ਦੀ ਪੁਲਿਸ ਵਿੱਚ ਸ਼ਾਮਲ ਹੈ, ਬਹੁਤ ਕੁਝ ਸੀਗਾ ਉਸ ਕੇਸ ਦੇ ਵਿੱਚ। ਪਰ ਉਸ ਵੇਲੇ ਵੀ ਇੱਕ ਚਰਚਾ ਚੱਲੀ ਕਿ ਤਰੀਕਾ ਸਹੀ ਨਹੀਂ। ਸੁਖਪਾਲ ਸਿੰਘ ਖਹਿਰਾ ਤੋਂ ਤੁਸੀਂ ਪੁੱਛਗਿੱਛ ਕਰਨੀ ਆ ਤਾਂ ਤੁਸੀਂ ਸੰਮਣ ਭੇਜ ਦਿਓ। ਖਹਿਰਾ ਸਾਹਿਬ ਨੇ ਆਪ ਕਿਹਾ ਸੀ ਇਹ ਗੱਲ, ਅਸੀਂ ਨਹੀਂ ਕਹਿੰਦੇ। ਖਹਿਰਾ ਸਾਹਿਬ ਕਹਿੰਦੇ ਕਿ ਜੇਕਰ ਪੁੱਛਗਿੱਛ ਕਰਨੀ ਸੀ ਮੈਂ ਤਾਂ ਹਮੇਸ਼ਾ ਹੀ ਤਿਆਰ ਹੁੰਨਾ, ਐਤਕੀ ਵੀ ਕਰ ਲੈਣੇ। ਹੁਣ ਜੇ ਉਹਨਾਂ ਨੇ ਲੈ ਹੀ ਗਏ ਤੇ ਪੁੱਛਗਿੱਛ ਕੀਤੀ ਆ। ਉਸ ਤੋਂ ਬਾਅਦ ਜਦੋਂ ਇਹ ਖਬਰ ਆਉਂਦੀ ਹੈ ਕਿ 78 ਵਾਰ ਉਸ ਸ਼ਖਸ ਦੇ ਨਾਲ ਗੱਲ ਹੁੰਦੀ ਹੈ ਜਿਹਦੇ ਉੱਪਰ ਤਸਕਰੀ ਦੇ ਦੋਸ਼ ਲੱਗਦੇ ਨੇ, ਤੇ ਹੋ ਸਕਦਾ ਗੱਲ ਹੋਈ ਹੋਵੇ, ਅਖਬਾਰਾਂ ਦੇ ਵਿੱਚ ਆਇਆ, ਰਿਪੋਰਟ ਜਿਹੜੀ ਆ ਅਦਾਲਤ ਵਿੱਚ ਵੀ ਜਾਣੀ ਹੈ, ਵਕੀਲਾਂ ਨੇ ਵੀ ਉੱਤੇ ਗੱਲਬਾਤ ਕਰਨੀ ਹੈ, ਕੇਸ ਲੜਨਾ। ਪਰ ਕੀ ਸੱਚਮੁੱਚ ਹੀ 78 ਵਾਰ ਗੱਲ ਹੋਈ ਹੈ? ਕੋਈ ਕਹਿੰਦਾ ਜੀ 576 ਸੈਕਟਾਂ ਦੇ ਵਿੱਚ ਹੀ ਖਹਿਰਾ ਸਾਹਿਬ ਫਸ ਗਏ। ਕੁਝ ਵੀ ਹੋਵੇ, ਅਸੀਂ ਉੱਧਰ ਨੂੰ ਨਹੀਂ ਜਾਂਦੇ। ਪਰ ਅੱਜ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਹੈ ਉਹ ਧਿਆਨ ਮੰਗਦੀ ਹੈ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਤੁਸੀਂ ਸਮਝੌਤੇ ਦੀ ਗੱਲ ਕਰਦੇ ਆ, ਕੋਈ ਸਮਝੌਤਾ ਨਹੀਂ ਹੋਣਾ, ਕੋਈ ਅਲਾਈਅੰਸ ਨਹੀਂ ਹੋਣਾ। ਘਰ ਵਾਲੇ ਦੀ ਤੇ ਘਰ ਵਾਲੀ ਦੀ ਆਪਸ ਵਿੱਚ ਬਣਦੀ ਨਹੀਂ, ਤੇ ਤੁਸੀਂ ਕਿੱਦਾਂ ਕਹਿੰਦੇ ਆ ਕਿ ਪਰਿਵਾਰ ਵਧੀਆ ਤਰੀਕੇ ਨਾਲ ਚੱਲੇਗਾ? ਜਿਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਕੱਲ ਕੇਜਰੀਵਾਲ ਸਾਹਿਬ ਕਹਿੰਦੇ 3-4 ਦਿਨ ਪਹਿਲਾਂ ਅਸੀਂ ਇੱਕ ਸ਼ਖਸ ਫੜਿਆ ਜਿਹਦੇ ਤਸਕਰਾਂ ਦੇ ਨਾਲ ਸੰਬੰਧ ਸੀਗਾ, ਨਾਮ ਨਹੀਂ ਲਿਆ ਉੱਥੇ, ਪਰ ਸਭ ਨੂੰ ਪਤਾ ਹੈ ਕਿਹਦਾ ਨਾਮ ਸੀਗਾ। ਅੱਜ ਇਸ ਮਾਮਲੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਥੋੜਾ ਜਿਹਾ ਟਿੱਪਣੀ ਕੀਤੀ ਹੈ। ਉਹ ਕਹਿੰਦੇ ਆ ਕਿ ਜੇਕਰ ਤੁਹਾਨੂੰ ਪਤਾ ਸੀ ਕਿ 2015 ਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਕੇਸ ਦਰਜ ਹੋਇਆ ਤੇ ਭਾਈ ਟਿਕਟ ਕਾਹਤੋਂ ਦਿੱਤੀ ਤੁਸੀਂ, ਚੋਣ ਕਾਹਤੋਂ ਲੜਾਈ ਸੀ? ਤੇ ਨਾਲ ਹੀ ਇਹ ਵੀ ਗੱਲ ਕਹਿ ਦਿੱਤੀ ਹੈ ਵਿਰੋਧੀ ਧਿਰ ਦੇ ਲੀਡਰ ਕਾਹਤੋਂ ਬਣਾਤਾ ਸੀਗਾ, ਹੋਰ ਵੀ ਕਈ ਅਹੁਦੇ ਦਿੱਤੇ ਸੀ। ਜਦੋਂ ਤੁਸੀਂ ਦੇਖਿਆ ਕਿ ਹੁਣ ਗੱਲ ਬੱਸੋਂ ਬਾਹਰ ਹੋ ਗਈ ਹੈ ਤੇ ਸੁਖਪਾਲ ਸਿੰਘ ਖਹਿਰਾ ਨੂੰ ਪਾਸੇ ਕਰ ਦਿੱਤਾ, ਤੇ ਉਸ ਵੇਲੇ 8 ਜਣੇ ਨਾਲ ਲੈ ਕੇ ਗਿਆ ਸੀ ਸੁਖਪਾਲ ਸਿੰਘ ਖਹਿਰਾ। ਇਹ ਗੱਲਾਂ ਜਿਹੜੀਆਂ ਕੀਤੀਆਂ ਨੇ, ਹੋ ਸਕਦਾ ਆਪਣੇ ਸਮੇਂ ਦੇ ਵਿੱਚ ਇਹ ਸਹੀ ਹੋਣ ਤੇ ਇਸ ਤਰ੍ਹਾਂ ਹੋਇਆ ਵੀ ਹੋਵੇ। ਤੇ ਜਿਸ ਹਿਸਾਬ ਦੇ ਨਾਲ ਹੁਣ ਸਿੱਧੇ ਤੌਰ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕੇਜਰੀਵਾਲ ਸਾਹਿਬ ਤੁਹਾਨੂੰ ਸਾਰਾ ਪਤਾ ਸੀ, ਭਗਵੰਤ ਮਾਨ ਸਾਹਿਬ ਤੁਹਾਨੂੰ ਸਾਰਾ ਪਤਾ ਸੀ, 8 ਜਣੇ ਨਾਲ ਲੈ ਕੇ ਗਏ। ਪਰ ਜਦੋਂ ਰਾਘਵ ਚੱਡੇ ਦਾ ਵਿਆਹ ਆਇਆ, ਇੱਕ ਵੱਡੇ ਹੋਟਲ ਦੇ ਵਿੱਚ ਸਾਰੀ ਬੁਕਿੰਗ ਕੀਤੀ ਪਈ, ਉੱਥੇ ਖਰਚੇ ਦਾ ਹਿਸਾਬ ਦਾ ਪੁੱਛ ਲਿਆ ਤੇ ਤੁਸੀਂ ਉਦੋਂ ਹੀ ਕਾਰਵਾਈ ਕਿਉਂ ਕੀਤੀ? ਨਾਲ ਇਹ ਵੀ ਦੋਸ਼ ਲਾਏ ਹੈ ਕਿ ਪੰਜਾਬ ਪੁਲਿਸ ਦੇ ਕੁਝ ਕਰਮਚਾਰੀ ਜਿਨ੍ਹਾਂ ਦਾ ਕੰਮ ਹੁੰਦਾ ਲੋਕਾਂ ਦੀ ਸੇਵਾ ਕਰਨਾ, ਜਿਨ੍ਹਾਂ ਦਾ ਮੁੱਖ ਕੰਮ ਹੁੰਦਾ ਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ, ਜਿਨ੍ਹਾਂ ਦਾ ਮੁੱਖ ਕੰਮ ਹੁੰਦਾ ਕਿ ਸੂਬੇ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ, ਉਹਨਾਂ ਤੋਂ ਤੁਸੀਂ ਕਿਸ ਤਰ੍ਹਾਂ ਦੇ ਕੰਮ ਲੈ ਗਏ ਤੇ ਕਿਉਂ ਲਏ ਇਹ ਕੰਮ? ਇਹਦਾ ਜਵਾਬ ਤਾਂ ਦਿੱਤਾ ਜਾਵੇ। ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਜਦੋਂ ਗੱਲਬਾਤ ਕੀਤੀ ਹੈ, ਅਸਲ ਦੇ ਵਿੱਚ ਕੀ ਕੀ ਕਿਹਾ, ਇੱਕ ਨਜ਼ਰ ਪਹਿਲਾਂ ਉੱਧਰ ਮਾਰਦੇ ਹਾਂ। बात ऐसे है, ये अलायंस जो है, अलायंस चलेगा अगर हस्बैंड और बीवी की बनती। हस्बैंड और बीवी की बन रही अलायंस कैसे चलेगा भाई? और ये तो बिल्कुल इनका फेथ ही नहीं किया जा सकता। आप देखिए इसका जवाब दे भगवान ये जाने से पहले केजरीवाल कि जिस आदमी को आपने टिकट दी, जिसको लीडर ऑफ द ऑपोजिशन बनाया, आप उसी केस में 2015 में ये केस रजिस्टर्ड था, उसके बाद आप टिकट देते हो, उसके बाद लीडर ऑफ ऑपोजिशन बनाते हो, उसके बाद वो आप उसको उतारते हो, फिर वो एक स्प्लिट करता है आप पे, 8 आपके एमएलए ले जाता है। ये पुराना फैमिली फ्यूड है जिसका बदला अब लिया जब उसने राघव चड्ढा की शादी पर ये बात उठाई कि ये आम आदमी थोड़ा, ये तो खास आदमी बन गए। जहाज उड़ रहे हैं, प्राइवेट जहाज, हेलीकॉप्टर्स उड़ रहे हैं, 7 तारा होटल में शादी हो रही है, करोड़ों अरबों रुपए स्प्लैश हो रहे हैं। पंजाब पुलिस के सिपाहियों को, हवलदारों को, थानेदारों को एज ए वेटर इस्तेमाल किया गया। आप सोच सकते हो जैसे वेटर्स का इस्तेमाल होता है, सभी खड़े हुए हैं, किसी को एयरपोर्ट से लेकर आ रहे हैं, किसी को छोड़ने जा रहे हैं। ये क्या पंजाब पुलिस का ये काम है? पंजाब पुलिस का काम लोगों की, पंजाब के लोगों की जिंदगी सेफ गार्ड करनी है कि
केजरीवाल साहब और राघव चड्ढा के गेस्टों की हमने सेफगार्ड करनी है, वो भी जाकर राजस्थान में। तो इनका पर्दाफाश हो रहा है। बाकी बातें, हाँ जी, और कोई बात है तो बताएं। पार्टी के कितने एमएलए अभी भी आपके संपर्क में? आपके 32 हैं, ये आहिस्ता आहिस्ता बढ़ते रहे, 100% बढ़ेंगे। नहीं, होगा पार्लियामेंट पोल्स के बाद। मैं प्रॉमिस कर रहा हूं, जब कांग्रेस 10 से 11 सीट जीतेगी तो फिर धमाके के इंतजार में ही रहना। ਪ੍ਰਤਾਪ ਸਿੰਘ ਬਾਜਵਾ ਦੀ ਗੱਲਬਾਤ ਨੂੰ ਤੁਸੀਂ ਸੁਣਿਆ, ਪਰ ਇੱਕ ਦੋ ਗੱਲਾਂ ਜਿਹੜੀਆਂ ਹੋਰ ਕਹੀਆਂ ਨੇ ਹੋਰ ਵੀ ਧਿਆਨ ਮੰਗਦੀਆਂ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸਰਕਾਰ ਡਿੱਗਣ ਵਾਲੀ ਹੈ। ਲੋਕ ਸਭਾ ਦੀਆਂ ਸੀਟਾਂ ਜੇਕਰ ਅਸੀਂ 8-9 ਵੀ ਲੈ ਗਏ ਨਾ, ਤੁਸੀਂ ਦੇਖਿਓ ਕਹਿੰਦੇ ਅਸੀਂ ਸਰਕਾਰ ਬਣਾ ਦੇਣੀ ਹੈ, ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਪੂਰੇ 32 ਐਮਐਲਏ ਸਾਡੇ ਸੰਪਰਕ ਦੇ ਵਿੱਚ ਨੇ ਤੇ ਕਿਸੇ ਵੇਲੇ ਵੀ ਸਰਕਾਰ ਡਿੱਗੀ ਜਾ ਸਕਦੀ ਹੈ। ਤਾਂ ਫਿਰ ਸ਼ੇਰ ਵੀ ਇੱਕ ਯਾਦ ਆ ਜਾਂਦਾ ਹੈ कि दिल को बहलाने के लिए गालिब ख्याल अच्छा है। जेकर वाकई इस 32 एमएलए हैगे ने ते ठीक है, तुसी उड़ीकदे की पे आ। लोग कहंदे आ तुसी क्यों नहीं फिर नाल जोड़दे कि लोक सभा दी चोणां दा इंतजार किया जा रहा है, जां ये देखा जा रहा है कि 2-4 जने होर आ जाने उसे दिन फिर कार्रवाई करांगे ते सिद्धा ही फिर नाल सारिआं नूं जोड़ लांगे अपनी पार्टी च। हुण सानूं नहीं पता किन्ना क सच है, प्रताप सिंह बाजवा जाणदे होणगे कि उन्हां दे नाल 32 एमएलए किहड़े ने। 2-4 ਤਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਵਿਚਾਰਕ ਮਤਭੇਦ ਨੇ ਉਹਨਾਂ ਵਿੱਚੋਂ ਉਹ ਵੀ ਹੈ ਜਿਹੜੇ ਸਟੇਜ ਦੇ ਥੱਲੇ ਖੜੇ ਹੋ ਕੇ ਸਨਮਾਨ ਚਿੰਨ੍ਹ ਵੀ ਲੈਂਦੇ ਆ। ਉਹਨਾਂ ਚੋਂ ਵੀ ਹੋ ਸਕਦੇ ਆ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਸੀਗੇ ਕਿ ਭਾਈ ਇਹਨਾਂ ਨੇ ਤਾਂ ਮਾਈਨਿੰਗ ਦੇ ਵਿੱਚ ਬਹੁਤ ਕੰਮ ਚੱਕਿਆ। ਹੋ ਸਕਦਾ ਉਹਦੇ ਵਿੱਚ ਉਹ ਵੀ ਹੁਣ ਜਿਹੜੇ ਪਹਿਲਾਂ ਕੈਬਨਿਟ ਦੇ ਵਿੱਚ ਸ਼ਾਮਲ ਹੁੰਦੇ ਸੀਗੇ ਅੱਜ ਕੱਲ੍ਹ ਪਿੱਛੇ ਕਰ ਦਿੱਤੇ ਆ, ਤੇ ਹੋ ਸਕਦਾ ਉਹ ਵੀ ਹੁਣ ਜਿਨ੍ਹਾਂ ਦੀਆਂ ਆਡੀਓ ਬੜੀਆਂ ਵਾਇਰਲ ਹੋਈਆਂ ਸੀ ਪਰ ਕਦੀ ਕਾਰਵਾਈ ਨਹੀਂ ਹੋਈ। ਸਿਆਸਤਦਾਨ ਤਾਂ ਹੋ ਸਕਦੇ 4-5 ਚ ਕੋਈ ਸ਼ੱਕ ਨਹੀਂ, ਪਰ ਇਹ ਵੀ ਸੰਭਾਵਨਾ ਆ, ਪੱਕਾ ਤਾਂ ਨਹੀਂ ਨਾ। ਤੇ ਹੁਣ ਜੇਕਰ ਇਹ ਗੱਲ ਕਹੀ ਜਾ ਰਹੀ ਹੈ ਕਿ 32 ਐਮਐਲਏ ਸਾਡੇ ਸੰਪਰਕ ਵਿੱਚ ਹੈ, ਤੇ ਜਦੋਂ ਜਲੰਧਰ 'ਚ ਜਿਮਨੀ ਚੋਣ ਹੋ ਰਹੀ ਸੀ ਆਮ ਆਦਮੀ ਪਾਰਟੀ ਦੇ 2-3 ਲੀਡਰਾਂ ਨੇ, ਸਿਆਸਤਦਾਨਾਂ ਨੇ ਇਹ ਗੱਲ ਕਹੀ ਕਿ ਸਾਨੂੰ 20 ਕਰੋੜ ਰੁਪਏ ਤੋਂ ਲੈ ਕੇ 25 ਕਰੋੜ ਰੁਪਏ ਦੀ ਆਫਰ ਆਈ ਹੈ ਤੇ ਸਾਡੇ ਬੰਦਿਆਂ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਮ ਉਨੀ ਵੀ ਨਹੀਂ ਦੱਸੇ ਸੀ ਉਦੋਂ ਕਿਹੜੇ ਲੀਡਰ ਨੇ, ਤੇ ਨਾਮ ਹੁਣ ਵੀ ਨਹੀਂ ਦੱਸੇ ਪ੍ਰਤਾਪ ਸਿੰਘ ਬਾਜਵਾ ਨੇ ਕਿ 32 ਜਣੇ ਕਿਹੜੇ ਨੇ। ਦੋਹੇ ਜਣੇ ਜਾਂ ਤਾਂ ਉਹ ਉਦੋਂ ਸੂਚੀ ਜਾਰੀ ਕਰ ਦਿੰਦੇ ਜਾਂ ਫਿਰ ਹੁਣ ਪ੍ਰਤਾਪ ਸਿੰਘ ਬਾਜਵਾ ਸੂਚੀ ਜਾਰੀ ਕਰ ਦਿੰਦੇ ਤਾਂ ਕਿ ਲੋਕਾਂ ਦਾ ਸ਼ੱਕ ਹੀ ਖਤਮ ਹੋ ਜਾਂਦਾ। ਉਸ ਵੇਲੇ ਦਿੱਲੀ ਵਾਲੇ ਪਾਸਿਓਂ ਕੇਂਦਰੀ ਮੰਤਰੀ ਅੰਮ੍ਰਿਤਸਰ ਪਹੁੰਚੇ ਤੇ ਦੱਸਿਆ ਗਿਆ ਕਿ 25 ਕਰੋੜ ਰੁਪਏ ਦੀ ਸੈਟਿੰਗ ਹੋਈ ਹੈ। ਕਿਸੇ ਦੀ ਕੋਈ ਸੈਟਿੰਗ ਹੋਈ ਸੀ, ਅੱਜ ਤੱਕ ਕੋਈ ਗੱਲ ਨਿਕਲ ਕੇ ਬਾਹਰ ਆਈ ਨਹੀਂ ਤੇ ਪਤਾ ਨਹੀਂ ਸੀ ਕਿ ਇਹ ਮਾਮਲਾ ਉਹੀ ਸਿਆਸੀ ਤੀਰ ਛੱਡਿਆ ਗਿਆ ਸੀ ਤੇ ਕਿਸੇ ਨੇ ਸਿਆਸੀ ਤੀਰ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਹੋ ਸਕਦਾ ਕਿ ਰੌਲਾ ਹੀ ਹੋਵੇ, ਹੁਣ ਵੀ ਹੋ ਸਕਦਾ ਰੌਲਾ ਹੋਵੇ, ਅਸੀਂ ਨਹੀਂ ਕਹਿੰਦੇ, ਪਰ ਇਹ ਵੀ ਹੋ ਸਕਦਾ ਕੋਈ ਸੰਪਰਕ ਦੇ ਵਿੱਚ ਹੋਵੇ। ਪਰ ਲੋਕਾਂ ਨੇ ਉਦੋਂ ਮੰਨਣਾ ਜਦੋਂ ਤੁਸੀਂ ਅਸਲ ਦੇ ਵਿੱਚ ਕਰਕੇ ਦਿਖਾਤਾ। ਉਹ ਕਹਿੰਦੇ ਹੁੰਦੇ ਆ ਨਾ ਕਿ ਤਲੀ ਤੇ ਸਰੋਂ ਜਮਾ ਕੇ ਤਾਂ ਦਿਖਾਓ ਫਿਰ ਮੰਨਾਂਗੇ, ਤੇ ਇੱਥੇ ਵੀ ਲੋਕਾਂ ਨੇ ਫਿਰ ਮੰਨਣਾ। ਉੱਦਾਂ ਜਿੰਨੀਆਂ ਮਰਜ਼ੀ ਗੱਲਾਂ ਕੀਤੀਆਂ ਜਾਣ, ਪਰ ਲੋਕ ਚਾਹੁੰਦੇ ਨੇ ਕਿ ਪੰਜਾਬ ਦਾ ਭਲਾ ਹੋਵੇ। ਤੁਸੀਂ ਪੰਜਾਬ ਦੀ ਗੱਲ ਕਰੋ, ਪੰਜਾਬ ਦੀ ਗੱਲ ਨਹੀਂ ਕੀਤੀ ਜਾ ਰਹੀ। ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਵੱਲ ਦੇਖੀਏ ਤਾਂ ਉਹਨੀ 3 ਦਿਨ ਪਹਿਲਾਂ ਜਦੋਂ ਮੀਡੀਆ ਦੇ ਮੂਹਰੇ ਆਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਮੇਰੇ ਪਿਤਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਸ਼ਾ ਤਸਕਰਾਂ ਨਾਲ ਸੰਬੰਧ ਜੋੜ ਕੇ ਤਸਕਰੀ ਦੇ ਦੋਸ਼ਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਗੱਲ ਕਹੀ ਕਿ 2015 ਦੇ ਵਿੱਚ ਕੇਸ ਦਰਜ ਕੀਤਾ ਗਿਆ ਤੇ ਮੇਰੇ ਪਿਤਾ ਜੀ ਨੂੰ ਉਸ ਕੇਸ ਦੇ ਵਿੱਚ ਕਹਿੰਦੇ 2017 ਚ ਸ਼ਾਮਲ ਕੀਤਾ। ਅਸੀਂ ਸੁਪਰੀਮ ਕੋਰਟ ਤੱਕ ਗਏ, ਸੁਪਰੀਮ ਕੋਰਟ ਨੇ ਸੰਮਣ ਤੇ ਰੋਕ ਲਗਾਈ ਸੀਗੀ ਤੇ ਸਾਡੀ ਜਿੱਤ ਹੋਈ ਸੀ। ਅੱਜ ਫਿਰ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਮਹਿਤਾਬ ਸਿੰਘ ਨੇ ਕੀ ਕਿਹਾ, ਇੱਕ ਨਜ਼ਰ ਪਹਿਲਾਂ ਉਧਰ ਵੀ ਮਾਰ ਲੈਂਦੇ ਆ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ। ਅੱਜ ਉਹਨਾਂ ਦੇ ਸੱਦੇ ਤੇ ਕਾਂਗਰਸ ਪਾਰਟੀ ਦੇ ਰੀੜ ਦੀ ਹੱਡੀ ਜੋ ਮੈਂ ਸਮਝਦਾ ਅੱਜ ਇੱਥੇ ਇਕੱਤਰ ਹੋਈ ਹੈ। ਅੱਜ ਦਾ ਇਸ਼ੂ ਜਿਹੜਾ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਅਰੈਸਟ ਹੈ, ਗੈਰ ਕਾਨੂੰਨੀ ਅਰੈਸਟ ਮੈਂ ਉਹਨੂੰ ਕਹਿੰਦਾ। ਤੁਸੀਂ ਸਾਰੇ ਜਾਣਦੇ ਹੋ ਮੇਰੇ ਫਾਦਰ ਇਸ ਸਰਕਾਰ ਦੇ ਇੱਕ ਬੜੇ ਵੱਡੇ ਕ੍ਰਿਟਿਕ ਸੀਗੇ, ਉਹ ਆਪਣੀ ਆਵਾਜ਼ ਬੁਲੰਦ ਕਰਦੇ ਸੀ। ਇਹ ਜਿਹੜਾ ਮੁਕੱਦਮਾ ਨੰਬਰ 35 ਦਾ ਬਾਰ-ਬਾਰ ਜ਼ਿਕਰ ਕੀਤਾ ਜਾ ਰਿਹਾ ਹੈ, ਕੱਲ ਅਰਵਿੰਦ ਕੇਜਰੀਵਾਲ ਜੀ ਆਏ ਇੱਥੇ, ਉਹ ਆ ਕੇ ਕਹਿ ਕੇ ਗਏ ਜੀ ਅਸੀਂ ਬਹੁਤ ਵੱਡਾ ਇੱਕ ਡਰੱਗ ਸਮਗਲਰ ਫੜਿਆ ਤੇ ਅਸੀਂ ਬਖਸ਼ਾਂਗੇ ਨਹੀਂ। ਅਰਵਿੰਦ ਕੇਜਰੀਵਾਲ ਜੀ ਨੂੰ ਇੱਥੇ ਮੈਂ ਸਮਝਦਾ ਪੰਜਾਬ ਤਾਂ ਸੱਦਿਆ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਸਿਰ ਦੇ ਉੱਤੋਂ ਪਾਣੀ ਜਾ ਚੁੱਕਿਆ ਸੀ। ਉਹਨਾਂ ਨੇ ਦੇਖਿਆ ਕਿ ਸੁਖਪਾਲ ਖਹਿਰਾ ਦੀ ਜਿਹੜੀ ਅਰੈਸਟ ਹੈ ਉਹ ਬੂਮਰੈਂਗ ਕਰ ਗਈ ਹੈ। ਇਹਨਾਂ ਨੇ ਤਾਂ ਸੋਚਿਆ ਸੀਗਾ ਜੀ ਅਸੀਂ ਖਹਿਰੇ ਨੂੰ ਇਦਾਂ ਪ੍ਰੋਜੈਕਟ ਕਰਾਂਗੇ, ਪੇਂਟ ਕਰਾਂਗੇ ਕਿ ਇਹ ਤਾਂ ਬਹੁਤ ਵੱਡਾ ਤਸਕਰ ਹੈ ਤੇ ਸਾਡੀ ਬੜੀ ਵਾਹ-ਵਾਹ ਹੋਊਗੀ।
ਲੇਕਿਨ ਪਿਛਲੇ ਕੁਝ ਦਿਨਾਂ ਦਾ ਸੋਸ਼ਲ ਮੀਡੀਆ ਤੇ ਪੰਜਾਬ ਦੇ ਅੰਦਰ, ਦੇਸ਼ ਦੇ ਅੰਦਰ ਔਰ ਆਈ ਥਿੰਕ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੇ ਬੜਾ ਇਸ ਗੱਲ ਦੀ ਬੜੀ ਨਿੰਦਾ ਕੀਤੀ ਹੈ। ਔਰ ਮੈਂ ਕੇਜਰੀਵਾਲ ਸਾਹਿਬ ਦੀ ਮੈਂ ਗੱਲ ਕਰ ਰਿਹਾ ਸੀ, 2 ਸੂਬਿਆਂ ਦੇ ਸੀਐਮ ਆ ਕੇ ਜੇ ਸਟੇਜਾਂ ਤੋਂ ਕਹਿ ਰਹੇ ਕਿ ਸੁਖਪਾਲ ਸਿੰਘ ਖਹਿਰਾ ਅਸੀਂ ਫੜ ਲਿਆ, ਅਸੀਂ ਛੱਡਾਂਗੇ ਨਹੀਂ, ਇਹ ਡਰੱਗ ਤਸਕਰ ਹੈ, ਇਸ ਕੇਸ ਵਿੱਚ ਕੀ ਹੁਣ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋ ਸਕਦੀ ਹੈ? ਜਦ ਤੁਸੀਂ ਸਟੇਜ ਤੋਂ ਇੱਕ ਸੀਐਮ ਸ਼ਰੇਆਮ ਕਹਿ ਰਿਹਾ ਜੀ ਕਿ ਹਮਨੇ ਫੜ ਲਿਆ, ਅਸੀਂ ਛੱਡਾਂਗੇ ਨਹੀਂ, ਉਹ ਅੰਦਰ ਡੀਜੀਪੀ ਨੂੰ ਵੀ ਜ਼ਾਹਿਰ ਗੱਲ ਹੈ ਇਹੀ ਕਹਿੰਦੇ ਹੋਣਗੇ। ਤੇ ਜੇ ਇੱਕ ਮੋਟੀਵੇਟਿਡ ਏਜੰਡੇ ਦੇ ਨਾਲ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਹੈ, ਉਹ ਅਰੈਸਟ ਹੁੰਦੀ ਹੈ ਗੈਰ ਕਾਨੂੰਨੀ। ਜਿੱਥੇ ਮੈਲਿਸ ਹੈ ਅਰੈਸਟ ਵਿੱਚ, ਉਹ ਵੀ ਗੈਰ ਕਾਨੂੰਨੀ ਹੈ। ਮੈਂ ਅੱਜ ਧੰਨਵਾਦ ਕਰਦਾ ਸਾਰੀ ਕਾਂਗਰਸ ਲੀਡਰਸ਼ਿਪ ਦਾ, ਸਾਰੀ ਕਾਂਗਰਸ ਪਾਰਟੀ ਦਾ। ਮੇਰੇ ਫਾਦਰ, ਜਿੱਦਾਂ ਮੈਂ ਦੱਸ ਰਿਹਾ ਸੀਗਾ, ਮੇਰੇ ਫਾਦਰ ਕੋਈ ਗੁਨਾਹਗਾਰ ਨਹੀਂ ਹੈ। ਮੇਰੇ ਫਾਦਰ ਕੋਈ ਬੜਾ ਵੱਡੀਆਂ ਗੱਲਾਂ ਲਿਖੀਆਂ ਜਾ ਰਹੀਆਂ ਜੀ, ਡਰੱਗ ਕਿੰਗਪਿਨ ਬਣਾਇਆ ਜਾ ਰਿਹਾ ਸਾਨੂੰ। ਇਹ ਜਿਹੜਾ ਮੁਕੱਦਮਾ ਨੰਬਰ 35 ਹੈ, ਇਹ ਆਪਣੇ ਅੱਖਾਂ ਦੇ ਸਾਰਿਆਂ ਦੇ ਸਾਹਮਣੇ ਇੱਕ ਪਰਦਾ ਹੈ। ਜੇ ਇਸ ਪਰਦੇ ਨੂੰ ਆਪਾਂ ਸਾਈਡ ਕਰਕੇ ਧਿਆਨ ਨਾਲ ਦੇਖੀਏ ਤੇ ਇਹ ਸੱਚ ਬੋਲਣ ਦੀ ਸਜ਼ਾ ਹੈ। ਮੇਰੇ ਫਾਦਰ ਹਰ ਇੱਕ ਇਨਸਾਨ ਵਾਸਤੇ ਖੜਦੇ ਨੇ। ਜਿਹੜਾ ਅੱਜ ਹਜੂਮ ਇੱਥੇ ਆਇਆ, ਇਹ ਮੇਰੇ ਵਾਸਤੇ ਨਹੀਂ ਆਇਆ, ਇਹ ਅਸਲ ਵਿੱਚ ਸੁਖਪਾਲ ਖਹਿਰੇ ਵਾਸਤੇ ਵੀ ਨਹੀਂ ਆਇਆ। ਇਹ ਉਹਨਾਂ ਦੇ ਕੀਤੇ ਹੋਏ ਕੰਮਾਂ ਵਾਸਤੇ ਆਏ ਨੇ। ਜਦ ਪੰਜਾਬ ਵਿੱਚ ਕਿਸੇ ਨੌਜਵਾਨ ਦਾ ਮੌਤ ਹੁੰਦੀ ਹੈ ਨਸ਼ੇ ਕਾਰਨ, ਉਹਨਾਂ ਦੇ ਅਫਸੋਸਾਂ ਤੇ ਜਾ ਕੇ, ਉਹਨਾਂ ਦੇ ਭੋਗਾਂ ਤੇ ਜਾ ਕੇ ਉਸ ਪਰਿਵਾਰ ਦੇ ਨਾਲ ਖੜਦੇ ਆ ਸੁਖਪਾਲ ਸਿੰਘ ਖਹਿਰਾ। ਇਹ ਉਹਨਾਂ ਦਾ ਗੁਨਾਹ ਹੈ। ਜਦ NRI ਦੀ ਕੋਠੀ ਤੇ ਆਮ ਆਦਮੀ ਪਾਰਟੀ ਦੀ MLA ਨਜਾਇਜ਼ ਕਬਜ਼ਾ ਕਰਦੀ ਹੈ, ਉਹ ਨਜਾਇਜ਼ ਕਬਜ਼ਾ ਛੁਡਾ ਕੇ ਅਸਲ ਜਿਹੜੇ ਮਾਲਕ ਨੇ ਉਸ ਘਰ ਦੇ, ਉਹਨਾਂ ਨੂੰ ਕਬਜ਼ਾ ਦਿਵਾਇਆ ਜਾਂਦਾ ਹੈ। ਇਹ ਸੁਖਪਾਲ ਸਿੰਘ ਖਹਿਰਾ ਦਾ ਗੁਨਾਹ ਹੈ। ਅੱਜ ਮੈਂ ਗਿਣਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਅਸਲੀਅਤ ਵਿੱਚ ਜੇਲ੍ਹ ਵਿੱਚ ਕਿਉਂ ਨੇ। ਗੱਲਾਂ ਬਹੁਤ ਸਾਰੀਆਂ ਨੇ। ਜਿੱਦਾਂ ਮੈਂ ਕਿਹਾ, ਮੈਂ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਾ। ਅੱਜ ਅਕ੍ਰੋਸ ਪਾਰਟੀ ਲਾਈਨਸ ਸਾਰਿਆਂ ਨੇ ਮੇਰੇ ਫਾਦਰ ਦਾ ਸਾਥ ਦਿੱਤਾ। ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੋ ਇਹ ਤਾਂ ਹੋ ਗਈ ਪੰਜਾਬ ਦੀ ਸਿਆਸਤ ਦੀ ਗੱਲ। ਜਿਸ ਹਿਸਾਬ ਦੇ ਨਾਲ ਸਾਰੇ ਸਿਆਸਤਦਾਨ ਇਸ ਵੇਲੇ ਆਪਸ ਦੇ ਵਿੱਚ ਉਲਝੇ ਫਿਰਦੇ ਨੇ, ਕਦੀ ਗੱਠਜੋੜ ਦੀਆਂ ਖਬਰਾਂ, ਕਦੀ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਮਸਲਾ, ਦੱਬੀ ਆਵਾਜ਼ ਦੇ ਵਿੱਚ ਕੁਝ ਲੋਕ ਗੱਲਾਂ ਕਰਦੇ ਆ। ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਪੰਗਾ ਤਾਂ ਨਹੀਂ ਲੈ ਲਿਆ, ਸੁਖਪਾਲ ਸਿੰਘ ਖਹਿਰਾ ਦਾ ਕੱਦ ਉੱਚਾ ਤਾਂ ਨਹੀਂ ਕਰ ਦਿੱਤਾ। ਕੋਈ ਕਹਿ ਰਿਹਾ ਕਿ ਇਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਹੈ, ਇਸ ਤਰ੍ਹਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਠੱਲ ਪਾਉਣ ਦੀ ਜੋ ਕਾਰਵਾਈ ਕੀਤੀ ਗਈ ਹੈ, ਉਹ ਸਹੀ ਹੈ। ਮਤਲਬ ਕਿ ਹਰ ਇੱਕ ਬੰਦਾ ਜਿਹੜਾ ਵੀ ਸੋਚਦਾ ਪਿਆ, ਆਪਣੇ ਨਜ਼ਰੀਏ ਨਾਲ ਸੋਚਦਾ ਪਿਆ। ਤੇ ਵੈਸੇ ਤਾਂ ਸਾਰੇ ਕਹਿੰਦੇ ਆ ਕਿ ਸੋਚਣਾ, ਬੋਲਣਾ, ਘੁੰਮਣ ਫਿਰਨ ਦਾ ਸਾਰਿਆਂ ਨੂੰ ਅਧਿਕਾਰ ਹੈਗਾ। ਤੇ ਇਹ ਸਿਆਸਤਦਾਨ ਆਪਣੇ ਦਿਨ ਦੇ ਵਲਵਲੇ ਵੀ ਕੱਢਦੇ ਪਏ ਆ, ਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਜੋ ਗੱਲਾਂ ਉਹਨਾਂ ਨੂੰ ਲੱਗਦੀਆਂ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਅਗਲੇ ਨੇ ਆਪਣਾ ਪੱਖ ਰੱਖਿਆ। ਸੁਖਪਾਲ ਸਿੰਘ ਖਹਿਰਾ ਦਾ ਸੁਪੁੱਤਰ ਮਹਿਤਾਬ ਸਿੰਘ, ਹੁਣ ਉਹ ਖੁਦ ਵਕੀਲ ਹੈ, ਉਹਨੂੰ ਪਤਾ ਬਹੁਤ ਸਾਰੀਆਂ ਚੀਜ਼ਾਂ। ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਹੋਣੀ ਹੈ। ਹੋ ਸਕਦਾ ਕਿ ਸੁਪਰੀਮ ਕੋਰਟ ਵਾਲੀਆਂ ਫਾਈਲਾਂ ਵੀ, ਉੱਥੇ ਕਿਹੜਾ ਇਕੱਲੇ ਨੇ, ਉੱਥੇ ਸੀਨੀਅਰ ਵਕੀਲ ਵੀ ਨਾਲ ਹੋਣੇ ਆ। ਪਰ ਇਸ ਮਸਲੇ ਦਾ ਬਣੇਗਾ ਕੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਜਿਹੜੀਆਂ ਕੜੀਆਂ ਜੁੜਦੀਆਂ ਜਾ ਰਹੀਆਂ ਨੇ ਕਿ 78 ਵਾਰ ਗੱਲ ਹੋਈ ਆ ਫੋਨ ਤੇ, ਉਹਦੇ ਵਿੱਚੋਂ ਕੁਝ ਨਿਕਲ ਸਕਦਾ ਕਿ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਾਕੀ 2024 ਦੀਆਂ ਚੋਣਾਂ ਤੋਂ ਪਹਿਲਾਂ ਜੇਕਰ ਸੁਖਪਾਲ ਸਿੰਘ ਖਹਿਰਾ ਦੇ ਮਸਲੇ ਨੂੰ ਪਾਸੇ ਵੀ ਕਰ ਦਈਏ, ਵੱਖ-ਵੱਖ ਸੂਬਿਆਂ ਦੀ ਗੱਲ ਵੀ ਕਰ ਲਈਏ, ਤਾਂ ਉੱਥੋਂ ਵੀ ਕਈ ਸਿਆਸਤਦਾਨਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਹਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ। ਇਹ ਚੋਣਾਂ ਤੋਂ ਪਹਿਲਾਂ ਹੁੰਦਾ ਹੀ ਹੈ, ਹਮੇਸ਼ਾ ਹੁੰਦਾ। ਚਾਹੇ ਪੱਛਮੀ ਬੰਗਾਲ ਦੇਖ ਲਓ, ਉੱਥੇ ਵੋਟਾਂ ਹੋਈਆਂ। ਰਾਜਸਥਾਨ ਦੇ ਵਿੱਚ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਘਪਲੇ ਦੇ ਘਪਲਾ, ਠਾਹ ਘਪਲਾ ਬਾਹਰ ਆ ਰਿਹਾ। ਝਾਰਖੰਡ ਦੇ ਵਿੱਚ ਹੁਣ ਕਹਿੰਦੇ ਆ ਕਿ ਉੱਥੇ ਵੀ ਕਈ ਸੰਮਣ ਭੇਜ ਦਿੱਤੇ ਆ ਈਡੀ ਨੇ। ਅਸਾਮ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ, ਮਨੀਪੁਰ ਦੇ ਕੀ ਹਾਲਾਤ ਆ ਸਭ ਨੂੰ ਪਤਾ। ਪੰਜਾਬ ਦੇ ਵਿੱਚ ਮੁੱਦਾ ਭਖਿਆ ਪਿਆ। ਇਸੇ ਤਰ੍ਹਾਂ ਦਾ ਮੁੱਦਾ ਦਿੱਲੀ ਵਿੱਚ ਵੀ ਹੈ। ਦਿੱਲੀ ਵਿੱਚ ਲੈਫਟੀਨੈਂਟ ਗਵਰਨਰ ਸਾਹਿਬ ਦਾ ਜੋ ਰੇੜਕਾ ਮੁੱਖ ਮੰਤਰੀ ਸਾਹਿਬ ਨਾਲ ਚੱਲਦਾ, ਅਜੇ ਤੱਕ ਲੁਕਿਆ ਥੋੜ੍ਹੀ ਹੈ। ਉੱਥੇ ਵੀ ਤਾਂ ਹੁਣ ਘਰਾਂ ਦੇ ਵਿੱਚ ਕਹਿੰਦੇ ਪੜਦੇ ਕਿਸੇ ਨੇ 11-11 ਲੱਖ ਰੁਪਏ ਦੇ ਲਾ ਲਏ ਤੇ ਰੈਨੋਵੇਸ਼ਨ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ। ਇਸ ਤਰ੍ਹਾਂ ਦੀਆਂ ਕਾਰਵਾਈਆਂ ਵੱਖ-ਵੱਖ ਸੂਬਿਆਂ 'ਚ ਹੋ ਰਹੀਆਂ ਨੇ। ਤੇ ਜੇਕਰ ਤੁਸੀਂ ਕਹੋ ਕਿ ਸਿਆਸੀ ਕੀੜਾਂ ਕੱਢੀਆਂ ਜਾ ਰਹੀਆਂ ਨੇ, ਭਾਈ ਤੁਹਾਡੇ ਕੋਲ ਵੀ ਸਬੂਤ ਹੈ, ਉਹਨਾਂ ਕੋਲ ਵੀ ਸਬੂਤ ਹੈ। ਤੁਹਾਡੇ ਕੋਲ ਵੀ ਕੁਝ ਡਾਕੂਮੈਂਟ ਨੇ, ਉਹਨਾਂ ਦੇ ਕੋਲ ਵੀ ਕੁਝ ਡਾਕੂਮੈਂਟ ਨੇ। ਜੇ ਤੁਸੀਂ ਸੱਚੇ ਤੁਸੀਂ ਰੱਖ ਦਿਓ, ਉਹ ਸੱਚੇ ਉਹ ਰੱਖ ਦੇਣ। ਕਾਨੂੰਨ ਨੇ ਆਪਣੇ ਤਰੀਕੇ ਨਾਲ ਕੰਮ ਆਪੀ ਕਰ ਦੇਣਾ। ਅੱਗੇ ਵੱਧਦੇ ਹਾਂ, ਗੱਲ ਕਰਨੀ ਹੈ ਮਹਾਰਾਸ਼ਟਰ ਦੀ। ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਤਰ੍ਹਾਂ ਦੀਆਂ ਖਬਰਾਂ ਨਾ ਆਉਣ ਤਾਂ ਚੰਗਾ। ਕਰੋਨਾ ਕਾਲ ਦੇ ਦੌਰਾਨ ਗੋਆ ਤੋਂ ਖਬਰਾਂ ਆਈਆਂ ਸੀ ਕਿ ਹਸਪਤਾਲ ਦੇ ਵਿੱਚ ਪਾਈਪਾਂ ਦੇ ਵਿੱਚ ਆਕਸੀਜਨ ਪੂਰੀ ਲੋਕਾਂ ਤੱਕ ਨਹੀਂ ਪਹੁੰਚੀ, ਮਰੀਜ਼ਾਂ ਤੱਕ ਨਹੀਂ ਪਹੁੰਚੀ, ਉਹਨਾਂ ਦੀ ਮੌਤਾਂ ਹੋਈਆਂ। ਸੈਂਕੜੇ ਮੌਤਾਂ ਹੋਈਆਂ। ਕੁਝ ਅੰਕੜੇ ਵੈਸੇ ਛਪਾਏ ਵੀ ਗਏ ਸੀ, ਉਦੋਂ ਦੋਸ਼ ਲੱਗੇ ਸੀ ਇਸ ਤਰ੍ਹਾਂ ਦੇ, ਪਰ ਰਿਪੋਰਟਾਂ ਕਦੀ ਫਾਈਨਲ ਨਹੀਂ ਹੋਈਆਂ। ਕਰੋਨਾ ਕਾਲ ਦੇ ਦੌਰਾਨ ਮਰੀਜ਼ਾਂ ਤੱਕ
ਆਕਸੀਜਨ ਨਹੀਂ ਪਹੁੰਚੀ। ਬੜੀ ਵੱਡੀ ਲਾਪਰਵਾਹੀ ਸਾਹਮਣੇ ਆਈ ਸੀ ਕਿ ਅਸੀਂ ਦੂਜੇ ਦੇਸ਼ਾਂ ਨੂੰ ਆਕਸੀਜਨ ਭੇਜੀ ਗਏ, ਅਸੀਂ ਆਪਣੇ ਲਈ ਰੱਖਿਆ ਕੀ ਹੈ। ਸਾਡੇ ਜਿਸ ਨਦੀ ਨੂੰ ਪਵਿੱਤਰ ਕਿਹਾ ਜਾਂਦਾ ਹੈ ਉੱਥੇ ਕੁਝ ਲੋਕਾਂ ਨੂੰ ਦਬਾ ਦਿੱਤਾ ਗਿਆ। ਪਾਣੀ ਆਇਆ, ਪਾਣੀ ਨੇ ਤਾਂ ਆਪਣਾ ਕਮਾਲ ਕਰਨਾ ਹੀ ਸੀਗਾ। ਰੇਤਾ, ਹੁਣ ਰੇਤਾ ਤੇ ਮਹਿਲ ਵੀ ਨਹੀਂ ਟਿਕਦੇ ਹੁੰਦੇ ਤੇ ਪਾਣੀ ਵੀ ਨਹੀਂ ਘੱਟ ਟਿਕਦਾ, ਤੇ ਰੇਤਾ ਵੀ ਘੱਟ ਟਿਕਦੀ ਹੈ ਜੇਕਰ ਪਾਣੀ ਆ ਜਾਵੇ। ਰੇਤਾ ਬਹਾ ਕੇ ਪਾਣੀ ਲੈ ਗਿਆ ਤੇ ਨਾਲ ਉੱਥੇ ਕੀ ਸੀ, ਲਾਸ਼ਾਂ ਬਾਹਰ ਆ ਗਈਆਂ ਜਿਹੜੀਆਂ ਦੱਬੀਆਂ ਗਈਆਂ ਸੀ। ਕਰੋਨਾ ਕਾਲ ਦੇ ਦਿਨਾਂ ਦੀ ਗੱਲ ਸੀ, ਰੌਲਾ ਉਦੋਂ ਵੀ ਬਹੁਤ ਪਿਆ, ਹਸਪਤਾਲਾਂ ਦਾ ਰੌਲਾ ਪੈਂਦਾ ਰਹਿੰਦਾ। ਹੁਣ ਖਬਰ ਸਾਹਮਣੇ ਆਈ ਹੈ ਨੰਦੇੜ ਤੋਂ, ਮਹਾਰਾਸ਼ਟਰ ਤੋਂ। ਉੱਥੇ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ 12 ਬੱਚਿਆਂ ਦੇ ਸਮੇਤ 24 ਘੰਟਿਆਂ 'ਚ 24 ਮੌਤਾਂ ਹੋ ਗਈਆਂ। ਹੁਣ ਲਾਪਰਵਾਹੀ ਕੀ ਸੀ ਕਿ ਉੱਥੇ ਦਵਾਈਆਂ ਹੀ ਹੈ ਨਹੀਂ, ਉੱਥੇ ਜਿਹੜੀਆਂ ਮਸ਼ੀਨਾਂ ਦੀ ਜ਼ਰੂਰਤ ਹੈ ਉਹ ਮਸ਼ੀਨਾਂ ਹੀ ਨਹੀਂ। 12 ਬੱਚਿਆਂ ਸਮੇਤ 24 ਮੌਤਾਂ ਦਾ ਹੋ ਜਾਣਾ ਆਪਣੇ ਆਪ 'ਚ ਵੱਡੀ ਗੱਲ ਸੀ, ਪਰ ਉਹ ਤੋਂ ਵੀ ਵੱਡੀ ਗੱਲ ਕਿ ਅੱਜ 3 ਘੰਟੇ ਬਾਅਦ ਫਿਰ ਖਬਰ ਆਉਂਦੀ ਹੈ ਕਿ ਮੌਤਾਂ 24 ਨਹੀਂ 31 ਹੋ ਗਈਆਂ, ਗਿਣਤੀ ਵੱਧ ਗਈ ਹੈ। ਅਸੀਂ ਹੁਣ ਵੀ ਕਹਿੰਦੇ ਹਾਂ, ਦੁਆ ਕਰਦੇ ਹਾਂ ਸਾਰਾ ਕੁਝ ਕਿ ਠੀਕ ਰਹੇ, ਕਿਉਂਕਿ 70 ਤੋਂ ਵੱਧ ਬੰਦੇ ਉਹ ਨੇ ਜਿਹੜੇ ਬਹੁਤ ਗੰਭੀਰ ਸਥਿਤੀ ਵਿੱਚ ਹੈ, ਤੇ ਜੇਕਰ ਇਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਦਵਾਈ ਨਾ ਮਿਲੀ ਤਾਂ ਨੁਕਸਾਨ ਵੱਡੇ ਪੱਧਰ ਤੇ ਹੋ ਗਿਆ, ਤੇ ਕੌਣ ਉਹਦਾ ਜ਼ਿੰਮੇਵਾਰ ਹੈ। ਅਸੀਂ ਕਈ ਹਸਪਤਾਲਾਂ ਦੀ ਗੱਲ ਕਰਦੇ ਹਾਂ, ਸਿਵਲ ਹਸਪਤਾਲਾਂ ਦੇ ਵਿੱਚ ਅਜੇ ਮਸ਼ੀਨਾਂ ਨਹੀਂ ਗਈਆਂ, ਇਹ ਗੱਲ ਮੰਨਣ ਵਾਲੀ ਆ, ਪਰ ਕੋਈ ਵੀ ਖੁੱਲ੍ਹ ਕੇ ਇਹਨੂੰ ਮੰਨਣ ਨੂੰ ਵੀ ਤਿਆਰ ਨਹੀਂ ਹੁੰਦਾ। ਦੂਸਰੀ ਵੱਡੀ ਕਮੀ ਕੀ ਸੀ, ਹਸਪਤਾਲ ਦੇ ਵਿੱਚ 500 ਬੈੱਡਾਂ ਦੀ ਵਿਵਸਥਾ, 500 ਬੈੱਡ ਉੱਥੇ ਲੱਗੇ ਹੋਏ ਨੇ, ਪਰ 1200 ਮਰੀਜ਼ ਉੱਥੇ ਭਰਤੀ ਹੈ। 70 ਤੋਂ ਵੱਧ ਮਰੀਜ਼ ਉਹ ਨੇ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ, ਜਿਨ੍ਹਾਂ ਨੂੰ ਦੂਸਰੇ ਹਸਪਤਾਲ ਦੇ ਵਿੱਚ ਸੋਚਿਆ ਸੀ ਕਿ ਉੱਥੇ ਭੇਜ ਦਈਏ, ਸ਼ਿਫਟ ਕਰ ਦਈਏ। ਪਰ ਇੱਕ ਹੋਰ ਖਬਰ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਜਦੋਂ ਹਾਦਸੇ ਹੁੰਦੇ ਨੇ ਮਹਾਰਾਸ਼ਟਰ ਵਿੱਚ, ਤਾਂ ਹਸਪਤਾਲ ਉਹ ਲਾਗਲਾ ਪੈਂਦਾ ਤੇ ਉੱਥੇ ਬਹੁਤ ਸਾਰੇ ਮਰੀਜ਼ ਆਉਂਦੇ ਆ। ਵੈਸੇ ਵੀ ਜਦੋਂ ਇਦਾਂ ਦੇ ਕੋਈ ਕੇਸ ਆਉਂਦਾ ਸਰਕਾਰੀ ਹਸਪਤਾਲ ਦੇ ਵਿੱਚ ਇਹ ਸਾਰਾ ਕੁਝ ਹੁੰਦਾ। ਇਹਦੇ ਵਿੱਚ ਕੱਲ ਖਬਰ ਸਾਹਮਣੇ ਆਈ ਸੀ 4 ਮਰੀਜ਼ ਉਹ ਸੀ ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ, 1 ਮਰੀਜ਼ ਹੋਰ ਸੀ ਜਿਹਦਾ ਲੀਵਰ ਫੇਲ ਹੋ ਗਿਆ, 2 ਮਰੀਜ਼ ਉਹ ਜਿਨ੍ਹਾਂ ਦਾ ਖੂਨ ਲੋੜ ਤੋਂ ਵੱਧ ਵਹਿ ਗਿਆ, ਤੇ ਕੋਈ ਵੀ ਇੰਤਜ਼ਾਮ ਨਹੀਂ ਸੀ ਪੱਟੀਆਂ ਦਾ। ਕਹਿੰਦੇ ਆ ਜੇਕਰ ਇਸ ਤਰ੍ਹਾਂ ਦੀ ਖਬਰ ਹੈਗੀ ਹੈ ਤੇ ਮੰਦਭਾਗੀ ਗੱਲ ਹੈ। ਮਹਾਰਾਸ਼ਟਰ ਦੇ ਵਿੱਚ 12 ਬੱਚੇ, 7 ਔਰਤਾਂ, 5 ਮਰਦ, ਤੇ ਨਾਲ ਦੀ ਨਾਲ ਇਹ ਖਬਰ ਜਿਹੜੀ ਹੈ 30 ਸਤੰਬਰ ਰਾਤ 12 ਵਜੇ ਤੋਂ ਲੈ ਕੇ 1 ਅਕਤੂਬਰ ਦੇ ਦੌਰਾਨ ਇਹ ਮੌਤਾਂ ਹੋਈਆਂ। ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਬਹੁਤ ਕੀਤੀ ਗਈ ਹੈ ਪਰ ਨਹੀਂ ਲੁਕੀ। ਇਹ ਪਹਿਲੀ ਵਾਰ ਨਹੀਂ ਹੋਇਆ। ਮਹਾਰਾਸ਼ਟਰ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਘਟਨਾ ਪਹਿਲਾਂ ਵੀ ਸਾਹਮਣੇ ਆਈ ਸੀ, ਉੱਥੇ ਇੱਕ ਰਾਤ ਦੇ ਵਿੱਚ 15 ਲੋਕਾਂ ਦੀ ਮੌਤ ਹੋਈ ਸੀ। ਉਸ ਗੱਲ ਨੂੰ ਦਬਾ ਦਿੱਤਾ ਗਿਆ, ਪਰ ਅੱਜ ਗੱਲ ਨਹੀਂ ਦੱਬੀ, ਅੱਜ ਬਾਹਰ ਆ ਗਈ ਕਿਉਂਕਿ ਮੌਤਾਂ ਦੀ ਗਿਣਤੀ ਵੱਧ ਗਈ ਹੈ। ਇਸ ਮਾਮਲੇ ਤੇ ਉੱਥੋਂ ਦੇ ਸਿਆਸਤਦਾਨ ਕੁਝ ਬੋਲਣ ਨੂੰ ਤਿਆਰ ਨਹੀਂ, ਹਾਲਾਂਕਿ ਘੇਰਨ ਦਾ ਯਤਨ ਵਾਹਵਾ ਕੀਤਾ ਵਿਰੋਧੀਆਂ ਨੇ। ਮੁੱਖ ਮੰਤਰੀ ਨੇ ਉੱਥੇ ਦੇ, ਹੁਣ ਮੁੱਖ ਮੰਤਰੀ ਸਾਹਿਬ ਏਕਨਾਥ ਸ਼ਿੰਦੇ 2022 ਚ ਬਣੇ ਸੀਗੇ, ਸਭ ਨੂੰ ਪਤਾ ਕਿੱਦਾਂ ਬਣੇ ਆ। ਕਦੀ ਜਿਹੜੇ ਪਿੱਛੇ ਸਪੋਰਟ ਬਣ ਕੇ ਖੜੇ ਸੀ, ਮਾੜੀ ਜਿਹੀ ਸਪੋਰਟ ਹਿੱਲੀ ਸੀਗੀ, ਨਾਲ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਸੀ ਉੱਥੇ ਬਿਠਾ ਦਿੱਤਾ ਗਿਆ, ਕਿਉਂਕਿ ਇੱਕ ਹਿਸਾਬ ਦਾ ਜਦੋਂ ਤਖਤਾ ਪਲਟੀ ਕਰ ਦਿੱਤਾ ਸੀ, ਜਦੋਂ ਮੁੱਖ ਮੰਤਰੀ ਸਾਹਿਬ ਜਿਹੜੇ ਸੀਗੇ ਉਹਨਾਂ ਨੂੰ ਹਟਾ ਕੇ ਥੋੜਾ ਥੱਲੜੇ ਪਾਸੇ ਵੱਲ ਲਿਆਏ ਸੀ। ਪਰ ਲੋਕ ਅਜੇ ਵੀ ਕਹਿੰਦੇ ਆ ਕਿ ਸਾਰਾ ਕੁਝ ਚੱਲਦਾ ਡਿਪਟੀ ਮੁੱਖ ਮੰਤਰੀ ਦਾ ਹੀ ਹੈ, ਏਕਨਾਥ ਸ਼ਿੰਦੇ ਦਾ ਨਾਮ ਦਾ ਹੀ ਹੈ। ਕਿੰਨਾ ਕੁ ਹੈਗੇ ਕਿੰਨਾ ਕੁ ਨਹੀਂ ਸੀ ਉਧਰ ਨਹੀਂ ਪੈਂਦੇ, ਪਰ ਇੰਨਾ ਜ਼ਰੂਰ ਹੈ ਇਸ ਮਸਲੇ ਵਿੱਚ ਹੁਣ ਜੋ ਮੌਤਾਂ ਹੋਈਆਂ ਨੇ ਇਸ ਮਾਮਲੇ ਤੋਂ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਏਕਨਾਥ ਸ਼ਿੰਦੇ ਹੋਰਾਂ ਨੇ ਕੀ ਕਿਹਾ, ਇੱਕ ਨਜ਼ਰ ਉਧਰ ਵੀ ਮਾਰते हैं। नांदेड़ हॉस्पिटल की जो दुर्घटना है सरकार ने गंभीरता से ली हुई है और सुबह ही मैंने दोनों सेक्रेटरी को बुलाया था, उनसे प्राथमिक जानकारी ली हुई है। अस्पताल में मेडिसिन बिल्कुल पूरी तरह जितना आवश्यक है उतना वहाँ पर था, डॉक्टर और स्टाफ वहाँ पर मौजूद थे। जो घटना हुई है वो दुर्भाग्यपूर्ण है, इसकी जांच होगी और कार्रवाई हो जाएगी। और सरकार ने इसे गंभीरता से लिए इसलिए क्योंकि वहाँ पर हमारे जो मंत्री है और सेक्रेटरी है वहाँ पर उनको तत्काल वहाँ पर भेजा है और इसके बाद इसकी पूरी जो आवश्यक जानकारी है वो प्राप्त हो जाएगी और आवश्यक जांच होगी और उसके ऊपर आगे की कार्रवाई होगी। लेकिन सरकार ने ये दुर्घटना जो हुई है ये घटना गंभीरता से ली। ਵਾਕਈ ਬੜੀ ਮੰਦਭਾਗੀ ਖਬਰ ਹੈ। ਅਸੀਂ ਇਹੀ ਕਹਿੰਦੇ ਹਾਂ ਕਿ ਕੱਲ ਤੱਕ ਜਿਹੜੇ ਦੱਸਿਆ ਜਾ ਰਿਹਾ ਕਿ 70 ਬੰਦੇ ਹੋਰ ਬੜੇ ਗੰਭੀਰ ਹੈ, ਮੌਤਾਂ ਦੀ ਗਿਣਤੀ ਕਿਤੇ ਵੱਧ ਨਾ ਜਾਵੇ, ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਵਿੱਚ ਬੰਦੇ ਹੈਗੇ ਸੀਰੀਅਸ ਨੇ। ਅੱਗੇ ਵਧਦੇ ਹਾਂ, ਜਦੋਂ ਗੱਲ ਕਰਦੇ ਹਾਂ ਹਸਪਤਾਲਾਂ ਦੀ ਤੇ ਨਾਲ ਹੀ ਕੁਝ ਕੁ ਬਿਮਾਰੀਆਂ ਦਾ ਜ਼ਿਕਰ ਵੀ ਕਰਨਾ ਹੈ। ਅਸੀਂ ਰਾਜਨੀਤੀ ਖਬਰਾਂ ਤੇ ਚਰਚਾ ਕੀਤੀ ਹੈ, ਜ਼ਰੂਰੀ ਹੈ ਕਿ ਨਾਲ ਨਾਲ ਸਮਾਜਿਕ ਮੁੱਦਿਆਂ ਤੇ ਵੀ ਗੱਲ ਕਰੀਏ। ਇਸ ਵੇਲੇ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ ਪਰ ਮੰਨਣ ਨੂੰ ਤਿਆਰ ਨਹੀਂ।
ਗੋਗੜਾਂ ਪੈ ਰਹੀਆਂ ਨੇ, ਮੰਨਣ ਨੂੰ ਤਿਆਰ ਹੀ ਨਹੀਂ। ਸਾਡੇ ਪੰਜਾਬੀ ਤਾਂ ਖਾਸ ਕਰ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਤੇ ਤੁਸੀਂ ਮਰਦਾਂ ਦੀ ਗੱਲ ਕਰਦੇ ਆ, ਨਾਲ ਔਰਤਾਂ ਵੀ ਨਹੀਂ ਮੰਨਦੀਆਂ। 10 ਦੇ ਵਿੱਚੋਂ 7 ਔਰਤਾਂ ਨੂੰ ਤੁਸੀਂ ਪੁੱਛੋ ਕਿ ਥੋੜੇ ਜਿਹੇ ਮੋਟੇ ਹੋ ਰਹੇ ਆ, ਮੰਨਣਾ ਹੀ ਨਹੀਂ ਕਿਸੇ ਨੇ। ਨਹੀਂ, ਸਰੀਰਕ ਤੌਰ ਤੇ ਸਮੱਸਿਆ। ਕਿਸੇ ਨੂੰ ਤੁਸੀਂ ਕਹਿ ਦੋਗੇ ਭਾਰ ਤੁਹਾਡਾ ਵਧਣ ਲੱਗਿਆ, ਤੇ ਐਂ ਦੇਖਣਗੇ ਤੁਹਾਨੂੰ ਕਿ ਭਾਈ ਵਿਚਾਰ ਕਰਕੇ ਉੱਥੋਂ ਨਿਕਲ ਜਾਓ, ਜਾਂ ਫਿਰ ਸੁਣ ਲਓ। ਪਰ ਮਸਲਾ ਇਹ ਹੈ, ਡਾਕਟਰਾਂ ਦੀ ਕਹੀ ਗੱਲ ਵੀ ਬਹੁਤ ਸਾਰੇ ਲੋਕ, ਚਾਹੇ ਮਰਦ ਹੋਣ, ਚਾਹੇ ਔਰਤਾਂ ਹੋਣ, ਚਾਹੇ ਬੱਚੇ ਹੋਣ, ਉਹ ਮੰਨਦੇ ਨਹੀਂ ਪਏ। ਪਿਛਲੇ ਦਿਨੀ ਇੱਕ ਸਰਵੇ ਸਾਹਮਣੇ ਆਇਆ, ਉਹ 'ਚ ਦੱਸਿਆ ਜਾ ਰਿਹਾ ਕਿ ਪੰਜਾਬੀ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ। 2 ਕਾਰਨ। ਇੱਕ ਤਾਂ ਕੋਈ ਘੁੰਮ ਫਿਰ ਕੇ ਰਾਜੀ ਨਹੀਂ, ਸੈਰ ਕਰਕੇ ਕੋਈ ਰਾਜੀ ਨਹੀਂ ਬਿਲਕੁਲ ਵੀ। ਸਭ ਨੂੰ ਇਹੀ ਹੈ ਕਿ ਇੱਧਰ ਪੱਖੇ ਦਾ ਬਟਨ ਲੱਗਾ ਹੋਵੇ, ਇੱਧਰ ਲਾਈਟ ਹੋਵੇ। ਰੋਟੀ ਆਉਣੀ ਆ, ਉਹ ਵੀ ਜੇਕਰ ਕੋਈ ਬਟਨ ਵਾਲਾ ਕੰਮ ਚੱਲਦਾ ਹੋਵੇ ਤਾਂ ਉੱਤੇ ਮੰਗਵਾਉਣ ਲੱਪਣ। ਅੱਜ ਕੱਲ੍ਹ ਪੱਖੇ ਦਾ ਬਟਨ ਨਾ ਦੱਬਣਾ ਪਵੇ। ਕੁਝ ਕੁ ਲੋਕਾਂ ਨੇ ਪੱਖੇ ਇਸ ਕਰਕੇ ਚਲਾਉਣੇ ਸ਼ੁਰੂ ਕਰਤੇ ਇੱਦਾਂ ਦੇ ਕਿ ਰਿਮੋਟ ਦੇ ਨਾਲ ਹੀ ਸਾਰਾ ਕੁਝ ਚੱਲੇ। ਬਹੁਤ ਸਾਰੇ ਲੋਕਾਂ 'ਚ ਇਹ ਟ੍ਰੈਂਡ ਬਦਲਦਾ ਜਾ ਰਿਹਾ। ਘੁੰਮ ਕੇ ਕੋਈ ਰਾਜੀ ਨਹੀਂ। ਸਰੀਰਕ ਤੌਰ ਤੇ ਬਿਮਾਰੀਆਂ ਲੱਗਦੀਆਂ ਨੇ, ਪਰ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ। ਪੂਰੀ ਦੁਨੀਆ ਵੱਲ ਝਾਤ ਮਾਰੀਏ ਤਾਂ ਇਸ ਵੇਲੇ 183 ਮੁਲਕਾਂ 'ਚੋਂ ਮੋਟਾਪੇ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਦੇ ਅਨੁਸਾਰ ਭਾਰਤ ਦਾ ਨੰਬਰ 99 ਤੇ ਹੈ, 1/100। ਸਨ 2019 ਤੋਂ ਲੈ ਕੇ 2022 ਦੇ ਦੌਰਾਨ ਭਾਰਤੀਆਂ ਵਿੱਚ ਮੋਟਾਪੇ ਦੇ ਸ਼ਿਕਾਰ ਲੋਕਾਂ ਵਿੱਚ 50% ਦਾ ਵਾਧਾ ਹੋਇਆ। ਹੁਣ ਇਹਦੇ ਵਿੱਚ ਮੰਨਣ ਵਾਲੀ ਗੱਲ ਕਿਹੜੀ ਸੀ? ਤਰਕ ਪਤਾ ਕੀ ਦਿੱਤਾ ਜਾ ਰਿਹਾ? ਹੋ ਸਕਦਾ ਉਹ ਸਹੀ ਵੀ ਹੋਵੇ। ਕਰੋਨਾ ਕਾਲ ਸੀ, ਲੋਕ ਘਰਾਂ 'ਚ ਬਹਿ ਗਏ। ਬਹੁਤ ਸਾਰੀਆਂ ਔਰਤਾਂ ਨੇ, ਬੀਬੀਆਂ ਨੇ, ਕੁੜੀਆਂ ਨੇ, ਇੱਥੋਂ ਤੱਕ ਕਿ 60 ਸਾਲ ਤੋਂ ਉੱਪਰ ਦੀਆਂ ਬਜ਼ੁਰਗਾਂ ਨੇ ਵੀ ਘਰ ਦੇ ਵਿੱਚ ਖਾਣ ਪੀਣ ਦਾ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੇ ਰੈਸਪੀ ਸਿੱਖੀ ਹੈ ਤੇ ਉਹ ਤਲਿਆ ਭੁੰਨਿਆ ਖਲਾ ਕੇ ਜਾਂ ਖਾ ਕੇ ਉਹਨਾਂ 'ਚ ਮੋਟਾਪਾ ਆਇਆ। ਇੱਕ ਤਰਕ ਅਸੀਂ ਇਹ ਮੰਨ ਸਕਦੇ ਹਾਂ, ਪਰ ਦੂਸਰੇ ਪਾਸੇ ਕਿਹੜਾ ਤੁਹਾਡੇ ਕੋਈ ਮੂੰਹ 'ਚ ਫੜ ਕੇ ਪਾਉਂਦਾ ਸੀ ਖਾਣ ਨੂੰ? ਭਾਈ ਤੁਸੀਂ ਤਾਂ ਆਪ ਹੀ ਸੀਗੇ ਖਾਣੇ, ਸਵਾਦ ਲੈ ਕੇ ਖਾਣੇ ਸੀਗੇ, ਸਾਰੇ ਖਾਂਦੇ ਹੋਣਗੇ। ਤੇ ਜੇਕਰ ਇਹ ਰਿਪੋਰਟ ਸਾਹਮਣੇ ਆਈ ਹੈ, ਸਾਡੇ ਵਰਗੇ, ਤੁਹਾਡੇ ਵਰਗੇ, ਹੋਰ ਵੀ ਪਤਾ ਨਹੀਂ ਕਿੰਨੇ ਲੋਕਾਂ ਦੇ ਵਿੱਚ ਜੇਕਰ ਮੋਟਾਪਾ ਵੱਧਦਾ ਜਾ ਰਿਹਾ ਤੇ ਇਹ ਧਿਆਨ ਦੇਣ ਦੀ ਜ਼ਰੂਰਤ ਹੈ। ਦੂਸਰੇ ਪਾਸੇ ਕਿਹਾ ਜਾ ਰਿਹਾ ਕਿ 45 ਸਾਲ ਦੀ ਉਮਰ ਤੋਂ ਘੱਟ 43% ਦੀ ਤੇ 45 ਸਾਲਾਂ ਦੀ ਉਮਰ ਤੋਂ ਵੱਧ 60% ਦੀ ਵਾਧਾ ਦੇਖਿਆ ਗਿਆ। ਮਤਲਬ ਕਿ ਜਿਹੜੇ ਲੋਕ 45 ਸਾਲ ਤੋਂ ਉੱਪਰ ਹੈ ਉਹਨਾਂ 'ਚ ਜ਼ਿਆਦਾ ਦੇਖਣ ਨੂੰ ਮਿਲਿਆ। ਘੱਟ ਛੋਟੇ ਵੀ ਨਹੀਂ ਗੇ, ਉਹਨਾਂ 'ਚ ਵੀ ਵਾਧੂ ਹੈ। ਰੈਸਟ, ਆਰਾਮ, ਤੁਰਨਾ ਨਹੀਂ। ਸਾਡੇ ਵੀ ਇੱਕ ਸੱਜਣ ਇੱਥੇ ਹੈਗੇ ਆ, ਟੋਪੀ ਲੈ ਕੇ ਰੱਖਦੇ ਸਾਰਾ ਦਿਨ। ਦੱਸਦੇ ਸੀਗੇ, ਕਹਿੰਦੇ ਮੈਂ 2 ਘੰਟੇ ਸੈਰ ਕਰਦਾ, 2 ਘੰਟੇ। ਪਰ ਕਿੱਦਾਂ ਸੈਰ ਕਰਦੇ ਆ ਦੱਸਿਆ ਨਹੀਂ ਕੋਈ। ਸੁਪਨੇ ਦੇ ਵਿੱਚ ਸੈਰ ਕਰਦੇ ਆ। ਕਿੱਦਾਂ ਪਤਲੇ ਹੋਣਾ ਲੋਕਾਂ ਨੇ? ਸੁਪਨੇ ਵਿੱਚ ਸੈਰ ਕਰਨ ਵਾਲੇ ਕੰਮ ਕਿੱਥੋਂ ਪੂਰੇ ਹੋ ਜਾਣੇ ਆ? ਲੋਕਾਂ ਨੂੰ ਜਦੋਂ ਕਹੋ ਨਾ ਤੁਸੀਂ ਇਦਾਂ ਕਰਦੇ ਆ, ਮੰਨਦੇ ਹੀ ਨਹੀਂ, ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਦਰਅਸਲ ਸੈਰ ਕਰਨੀ ਸਿਹਤ ਲਈ ਚੰਗੀ ਗੱਲ ਹੈ, ਪਰ ਕੋਈ ਘੁੰਮ ਕੇ ਸੈਰ ਕਰਕੇ ਰਾਜੀ ਨਹੀਂ ਗਾ। ਅੱਜ ਕੱਲ੍ਹ ਕਿਸੇ ਨੇ ਸਬਜ਼ੀ ਵੀ ਲੈਣ ਜਾਣਾ ਹੋਵੇ ਤਾਂ ਉਹ ਕਿੱਕ ਮਾਰ ਕੇ ਮੋਟਰਸਾਈਕਲ ਦੀ 1 ਮਿੰਟ ਦੇ ਵਿੱਚ ਸਮਾਂ ਬਚਾਉਣ ਦਾ ਯਤਨ ਕਰਦਾ। ਇਹ 'ਚ ਕੋਈ ਸ਼ੱਕ ਨਹੀਂ। ਪਰ ਇਹ ਵੀ ਦੇਖਿਆ ਜਾਵੇ, ਪੈਟਰੋਲ ਮਹਿੰਗਾ, ਪਰ ਨਹੀਂ, ਸਮੇਂ ਦੀ ਘਾਟ ਵੀ ਹੈ। ਉਹ ਵੀ ਸਾਰਾ ਕੁਝ ਜੇਕਰ ਦੇਖ ਲਿਆ ਜਾਵੇ, ਲੋਕ ਤੁਰ ਕੇ ਰਾਜੀ ਨਹੀਂ। ਗੱਲ ਇੱਥੇ ਆ ਕੇ ਮੁੱਕਦੀ ਹੈ। ਦੂਸਰੇ ਪਾਸੇ ਬਲੱਡ ਪ੍ਰੈਸ਼ਰ ਤੇ ਸ਼ੱਕਰ ਰੋਗ ਬੇਹਿਸਾਬ ਵਾਧਾ ਇਹਦੇ ਵਿੱਚ ਦਿਖਾਈ ਦੇ ਰਿਹਾ। ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੀ ਗਿਣਤੀ ਇੱਧਰ ਵੱਧਦੀ ਜਾ ਰਹੀ ਹੈ। ਤੇ ਪਿਛਲੇ ਦਿਨ ਇੱਕ ਰਸਾਲੇ ਦੇ ਵਿੱਚ ਰਿਪੋਰਟ ਆਈ ਸੀ, ਭਾਰਤ ਵਿਚਲੇ ਸਕੂਲਾਂ ਨੇ ਕੰਟੀਨਾਂ ਦੇ ਵਿੱਚੋਂ ਕਹਿੰਦੇ ਜੇਕਰ ਜੰਕ ਫੂਡ ਨਾ ਖਤਮ ਕੀਤੇ ਤਾਂ ਤੁਹਾਡੇ ਬੱਚਿਆਂ ਦੇ ਵਿਚਕਾਰ ਮੋਟਾਪਾ ਹੋਰ ਵਧਣਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਹੁਤ ਸਾਰੇ ਸਕੂਲ ਇਸ ਤਰ੍ਹਾਂ ਦੇ ਨੇ, ਨਿੱਜੀ ਨੇ, ਜਿੱਥੇ ਵਧੀਆ ਕੰਟੀਨਾਂ ਬਣਾਈਆਂ ਗਈਆਂ ਨੇ, ਮੈਸ ਵਧੀਆ ਬਣਾਈਆਂ ਗਈਆਂ ਨੇ ਕੁਝ ਥਾਵਾਂ ਤੇ ਬੱਚਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ। ਤੇ ਉੱਥੇ ਕੁਝ ਕੁ ਬੱਚੇ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਆ ਜਿਹਦੇ ਕਰਕੇ ਉਹਨਾਂ ਨੂੰ ਨੁਕਸਾਨ ਹੁੰਦਾ। ਤੇ ਵੱਡੇ ਰਸਾਲੇ ਦੀ ਇਹ ਰਿਪੋਰਟ ਸੀਗੀ ਕਿ ਜੇਕਰ ਇਹ ਬੱਚਿਆਂ ਵੱਲ ਨਾ ਧਿਆਨ ਦਿੱਤਾ ਗਿਆ, ਸਕੂਲਾਂ ਵਿੱਚ ਖੇਡ ਗਰਾਊਂਡਾਂ ਵੱਲ ਨਾ ਧਿਆਨ ਦਿੱਤਾ ਗਿਆ, ਬੱਚਿਆਂ ਨੇ ਨਾ ਧਿਆਨ ਦਿੱਤਾ ਗਿਆ ਤਾਂ ਇਹ ਮੋਟਾਪਾ ਹੋਰ ਵੱਧ ਸਕਦਾ। ਪਰ ਬਹੁਤ ਸਾਰੇ ਲੋਕ ਅਸੀਂ ਫਿਰ ਕਹਿੰਦੇ ਪਏ ਆ ਕਿ ਮੰਨਣ ਨੂੰ ਇਸ ਚੀਜ਼ ਨੂੰ ਤਿਆਰ ਨਹੀਂ ਕਿ ਇਹ ਇੱਕ ਬਿਮਾਰੀ ਆ। ਪਰ ਇਹ ਇੱਕ ਵਾਕਈ ਬਿਮਾਰੀ ਹੈ ਜਿਹਦੇ ਕਰਕੇ ਸ਼ੂਗਰ ਹੋ ਸਕਦੀ ਹੈ, ਜਿਹਦੇ ਕਰਕੇ ਸ਼ੱਕਰ ਰੋਗ ਵੱਧਦਾ ਪਿਆ, ਜਿਹਦੇ ਕਰਕੇ ਗਠੀਆ, ਜਿਹਦੇ ਕਰਕੇ ਹੋਰ ਵੀ ਕਈ ਸਮੱਸਿਆ ਵਿੱਚ ਵਾਧਾ ਹੁੰਦਾ ਜਾ ਰਿਹਾ। ਤੇ ਜੇਕਰ ਹੁਣ ਲੋਕਾਂ ਤੇ ਇਹ ਸਾਰਾ ਕੁਝ ਨਿਰਭਰ ਕਰਦਾ, ਅੰਕੜੇ ਤਾਂ ਤੁਹਾਡੇ ਸਾਹਮਣੇ ਰੱਖਣਾ ਸਾਡਾ ਫਰਜ਼ ਸੀਗਾ, ਅਸੀਂ ਰੱਖ ਦਿੱਤੇ ਆ। ਤੇ ਕਿੰਨੇ ਕੁ ਲੋਕ ਇਸ ਗੱਲ ਨਾਲ ਸਹਿਮਤ ਹੋ ਤੁਸੀਂ ਦੱਸ ਸਕਦੇ ਆ ਕਿ ਤੁਹਾਡੇ ਕੋਲ ਦੇ ਇਲਾਕੇ ਦੇ ਵਿੱਚ ਕਿੰਨੇ ਕੁ ਲੋਕ ਨੇ। ਮੈਂ ਪਿਛਲੇ ਦਿਨ ਹੀ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਖਾਣ ਪੀਣ ਵਾਲੀਆਂ ਦੁਕਾਨਾਂ ਨੇ, ਖਾਸ ਕਰਕੇ ਰੇਹੜੀਆਂ ਨੇ, ਉਹਨਾਂ ਲਈ ਉਹੀ ਦੁਕਾਨਾਂ ਹੈ ਉਹਨਾਂ ਲੋਕਾਂ ਲਈ ਜਿਹੜੇ ਉੱਥੇ ਲਾਉਂਦੇ ਆ। ਹੁਣ ਕਈ ਥਾਵਾਂ ਤੇ ਕੜਾਈਆਂ ਦੇ ਵਿੱਚ ਕਾਲਾ ਤੇਲ ਹੁੰਦਾ, ਸਭ ਦੇਖਦੇ ਆ, ਪਰ ਉਸ ਰੇਹੜੀ ਦੇ ਉੱਪਰ ਰਸ਼ ਸਭ ਤੋਂ ਜ਼ਿਆਦਾ, ਲੋਕ ਉੱਥੇ ਹੀ ਖਾਣਗੇ। ਹੁਣ ਉਹਦਾ ਮਤਲਬ ਇਹ ਨਹੀਂ ਕਿ ਲੋਕ ਉੱਥੇ ਨੋਟ ਨਹੀਂ ਕਰਦੇ, ਇੱਥੇ ਸਫਾਈ ਨਹੀਂ ਗੀ, ਇੱਥੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ। ਲੋਕਾਂ ਨੂੰ ਹੁੰਦਾ ਕਿ ਇੱਥੇ ਰਸ਼ ਹੈ, ਕੁਝ ਖਾਸ ਹੋਣਾ ਤੇ ਵਧੀਆ। ਤੇ ਇੱਕ ਵੇਲਾ ਹਮੇਸ਼ਾ ਇਦਾਂ ਦਾ ਹੁੰਦਾ ਤੇ ਹਮੇਸ਼ਾ ਹੀ ਸੋਚਦੇ ਰਹਿੰਦਾ। ਇਹ ਕੱਪੜਾ ਰੱਖਿਆ ਹੁੰਦਾ, ਉਹਨਾਂ ਦੇ ਹੱਥ ਵੀ ਉਹਨੇ ਸਾਫ਼ ਕਰਨੇ ਆ, ਨਿਚੋੜਨਾ ਵੀ ਉਹੀ ਹੈ, ਸਾਰਾ ਕੁਝ ਉਹਨੇ ਕਰਕੇ ਰੇਹੜੀ ਦੇ ਆਲੇ ਦੁਆਲੇ ਰੱਖ ਦੇਣਾ।
ਤੇ ਉੱਥੇ ਕਦੀ ਦੇਖਿਆ ਜਾਵੇ ਹਾਲਾਤ ਕਿੱਦਾਂ ਦੇ ਹੁੰਦੇ। ਅਸੀਂ ਕਿਸੇ ਦੇ ਖਿਲਾਫ ਨਹੀਂ ਗੇ, ਕੰਮ ਸਾਰੇ ਚੰਗੇ ਆ, ਪਰ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਧੇ ਤੋਂ ਵੱਧ ਬਿਮਾਰੀਆਂ ਕੁਝ ਕੁ ਥਾਵਾਂ ਤੇ ਸਫਾਈ ਨਾ ਹੋਣ ਕਰਕੇ ਲੱਗਦੀਆਂ ਪਈਆਂ ਨੇ। ਆ ਜਿਹੜੇ ਖਾਂਦੇ ਆ ਕੁਛ ਵੀ, ਉਹ ਧੋਂਦੇ ਕਿੱਦਾਂ ਪਾਣੀ ਨਾਲ, ਕਿੰਨਾ ਕੁ ਪਾਣੀ ਹੁੰਦਾ ਸਭ ਨੂੰ ਪਤਾ ਹੈ। ਤੇ ਜੇਕਰ ਕੋਈ ਰੇਹੜੀ ਦੇ ਪਿਛਲੇ ਪਾਸੇ ਜਾ ਕੇ ਦੇਖ ਲਵੇ, ਦੁਕਾਨਾਂ ਦੇ ਪਿਛਲੇ ਪਾਸੇ ਜਾ ਕੇ ਦੇਖ ਲਵੇ, ਰੈਸਟੋਰੈਂਟਾਂ ਦੇ ਪਿਛਲੇ ਪਾਸੇ ਜਾ ਕੇ ਦੇਖ ਲਵੇ, ਤਾਂ ਲੱਗਦਾ ਨਹੀਂ ਵੀ ਖਾਣ ਨੂੰ ਜੀ ਕਰਨਾ। ਇਹ ਬਹੁਤ ਸਾਰੇ ਲੋਕ ਹੈ ਜਿਨ੍ਹਾਂ 'ਚ ਮੋਟਾਪੇ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਥੋੜਾ ਜਿਹਾ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਰਾਜਨੀਤੀ ਵੱਲ ਮੁੜ ਕੇ ਆਉਂਦੇ ਹਾਂ। ਰਾਹੁਲ ਗਾਂਧੀ ਹੋਰਾਂ ਦਾ ਜ਼ਿਕਰ ਕਰਨਾ ਹੈ। ਰਾਹੁਲ ਗਾਂਧੀ ਹੋਰੀ ਪੰਜਾਬ ਦੀ ਯਾਤਰਾ ਤੇ ਹੈ ਤੇ 2 ਦਿਨ ਹੋ ਗਏ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ। ਕੱਲ ਵੀ ਸੇਵਾ ਕੀਤੀ ਉਹਨਾਂ ਨੇ, ਭਾਂਡਿਆਂ ਦੀ ਸੇਵਾ ਕੀਤੀ ਹੈ। ਅੱਜ ਵੀ ਜਦੋਂ ਨਤਮਸਤਕ ਹੋਏ ਤਾਂ ਉੱਥੇ ਉਹਨਾਂ ਨੇ ਸਬਜ਼ੀ ਦੀ ਸੇਵਾ ਦੇ ਵਿੱਚ ਆਪਣਾ ਸੇਵਾ ਨਿਭਾਈ ਹੈ। ਹੁਣ ਬਹੁਤ ਸਾਰੇ ਲੋਕ, ਬਹੁਤ ਸਾਰੀ ਸੁਰੱਖਿਆ ਉੱਥੇ ਮੌਜੂਦ ਰਹੀ ਹੈ, ਪਰ ਇਸ ਜਿਹੜਾ ਨਿੱਜੀ ਦੌਰਾ ਉਹਨਾਂ ਦਾ, ਇਹਨੂੰ ਲੈ ਕੇ ਵੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਆ। ਹੁਣ ਕੋਈ ਕਹਿ ਰਿਹਾ ਜੀ ਰਾਹੁਲ ਗਾਂਧੀ ਆਏ ਹੈ, ਇਹ ਉਹੀ ਥਾਂ ਤੇ ਆਏ ਹੈ ਜਿੱਥੇ ਇਹਨਾਂ ਦੀ ਦਾਦੀ ਜੀ ਨੇ ਇੰਨਾ ਵੱਡਾ ਜੋ ਫੌਜ ਦੀ ਕਾਰਵਾਈ ਹੋਈ ਸੀ ਉਹਦੇ ਵਿੱਚ ਮੁੱਖ ਯੋਗਦਾਨ ਉਹਨਾਂ ਦਾ ਸੀਗਾ। ਹੁਣ ਕੋਈ ਕਹਿ ਰਿਹਾ ਹੈ ਕਿ ਰਾਹੁਲ ਗਾਂਧੀ ਹੋਰਾਂ ਦਾ ਇਹ ਨਿੱਜੀ ਦੌਰਾ, ਉਹ ਪਛਤਾਪ ਕਿਉਂ ਨਹੀਂ ਕਰਦੇ ਪਏ। ਕੋਈ ਕਹਿ ਰਿਹਾ ਹੈ ਕਿ ਰਾਹੁਲ ਗਾਂਧੀ ਹੋਰੀ ਸਿਆਸਤ ਦੇ ਵਿੱਚ ਇਸ ਵੇਲੇ ਨਹੀਂ ਕੁੱਦਣਾ ਚਾਹੁੰਦੇ, ਇਸ ਵੇਲੇ ਉਹ ਸਿਰਫ ਉੱਥੇ ਸੇਵਾ ਕਰਨਾ ਹੈ। ਹੁਣ ਇਹਨਾਂ ਦੇ ਵਿੱਚੋਂ ਸਾਰੀਆਂ ਗੱਲਾਂ ਆਪਣੇ ਆਪਣੇ ਥਾਂ ਤੇ ਸਹੀ ਲੱਗਦੀਆਂ ਨੇ, ਪਰ ਰਾਹੁਲ ਗਾਂਧੀ ਹੋਰਾਂ ਨੇ ਸਿਆਸੀ ਲੀਡਰਾਂ ਤੋਂ ਵੀ ਦੂਰੀ ਬਣਾ ਕੇ ਰੱਖੀ ਹੈ, ਪੱਤਰਕਾਰਾਂ ਤੋਂ ਵੀ ਦੂਰੀ ਬਣਾ ਕੇ ਰੱਖੀ ਹੈ, ਕੋਈ ਬਿਆਨ ਨਹੀਂ ਦਿੱਤਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇੱਥੇ ਕੋਈ ਵੀ ਸਿਆਸਤੀ ਗੱਲ ਨਹੀਂ ਕੀਤੀ ਜਾ ਰਹੀ। ਨਾਲੇ ਸਭ ਤੋਂ ਵੱਡੀ ਗੱਲ ਹੈ, ਇਹ ਥਾਂ ਸਾਰਿਆਂ ਲਈ ਇੱਕ ਬਰਾਬਰ ਹੈ, ਕਿਸੇ ਜਾਤ ਦੇ ਖਾਸ ਲੋਕਾਂ ਲਈ ਨਹੀਂ। ਇੱਥੇ ਜਿਹੜੇ ਵੀ ਲੋਕ ਆਉਂਦੇ ਨੇ ਨਤਮਸਤਕ ਹੋਣ ਆਉਂਦੇ ਆ, ਉਹ ਆਪਣੇ ਆਪ ਚੱਲ ਕੇ ਆਉਂਦੇ ਆ। ਸਾਨੂੰ ਵੀ ਖੁਸ਼ੀ ਆ ਰਹੀ ਹੈ ਕਹਿੰਦੇ ਕਿ ਰਾਹੁਲ ਗਾਂਧੀ ਸਾਹਿਬ ਇੱਥੇ ਪਹੁੰਚੇ ਨੇ। ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਪੱਤਰਕਾਰਾਂ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਪ੍ਰਤੀਕਿਰਿਆ, ਉਹ ਵੀ ਦੇਖਦੇ ਹਾਂ। ਆਇਆ ਸਾਨੂੰ ਕੋਈ ਇਤਰਾਜ਼ ਨਹੀਂ। ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਕਿੱਡਾ ਵੱਡਾ ਇੱਕ ਫੈਕਟਰ ਹੈ ਇਸ ਗੱਲ ਦੇ ਅੰਦਰ। ਰਾਜੀਵ ਗਾਂਧੀ ਨੂੰ ਮਾਰਨ ਵਾਲੇ ਲੋਕਾਂ ਚੋਂ ਨਲਨੀ ਨਾਂ ਦੀ ਇੱਕ ਔਰਤ ਹੈ ਜਿਹਨੂੰ ਫਾਂਸੀ ਹੋਈ ਸੀ, ਬਾਅਦ ਚ ਉਹਨੂੰ ਉਮਰ ਕੈਦ ਹੋਈ। ਉਹਨੂੰ ਮਿਲਣ ਵਾਸਤੇ ਇਸ ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਜੇਲ੍ਹ ਵਿੱਚ ਜਾਂਦੀ ਹੈ। ਇੱਕ ਤਸਵੀਰ ਛਾਇਆ ਕੀਤੀ ਜਾਂਦੀ ਹੈ ਕਿ ਉਹਦੇ ਨਾਲ ਗੱਲ ਕਰਨ ਗਈ ਕਿਉਂਕਿ ਉਹਨਾਂ ਨੇ ਉਹਦਾ ਬਾਪ ਮਾਰਿਆ ਸੀ। ਤੇ ਸਿੱਖਾਂ ਨੂੰ ਮਾਰਨ ਦਾ ਜੇ ਸਾਡੇ ਮਨ ਚ ਪਛਤਾਪ ਹੀ ਹੈ ਨਹੀਂ, ਜਿਹਨੇ ਉਹਦੇ ਬਾਪ ਨੂੰ ਮਾਰਿਆ ਉਹਨੂੰ ਤਾਂ ਮਿਲਣ ਚਲੇ ਗਏ, ਪਰ ਕਦੇ ਵੀ ਵਿਧਵਾਵਾਂ ਦੀ ਬਸਤੀ ਵਿੱਚ ਜਾਣ ਦੀ ਜੁਰਤ ਨਹੀਂ ਕੀਤੀ। ਮਤਲਬ ਕਿ ਇਹ ਸਿੱਖ ਨੇ, ਇਹਨਾਂ ਦੀ ਗਿਣਤੀ 2% ਹੈ। ਉਹ ਨਲਿਨੀ ਜਿਹੜੀ ਸੀ ਉਹ ਹਿੰਦੂ ਸੀ, ਇਸ ਕਰਕੇ ਉਹਦੇ ਨਾਲ ਉਹਨੇ ਆਪਦੀ ਭਾਵਨਾ ਜੋੜੀ ਆ ਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਅਸੀਂ ਆਪਣੇ ਨਾਲ ਜੋੜੀਏ। ਕਿੱਡੀ ਵੱਡੀ ਰਾਜਨੀਤੀ ਆ। ਮੈਂ ਫਿਰ ਕਹਿਣਾ, ਦਰਬਾਰ ਸਾਹਿਬ ਆਏ ਲਈ ਰਾਜਨੀਤੀ ਨਹੀਂ ਕਹਾਂਗਾ, ਪਰ ਆ ਕੇ ਜਿਹੜਾ ਕੁਝ ਨਹੀਂ ਕਿਹਾ ਉਹਨੂੰ ਮੈਂ ਰਾਜਨੀਤੀ ਕਹਾਂਗਾ। ਉਹਦਾ ਜਵਾਬ ਚਾਹੀਦਾ ਹੈ। ਸਿੱਖ ਮੰਗਦੇ ਆ, ਸਿੱਖ ਕਦੇ ਭੁੱਲਦੇ ਨਹੀਂ। ਚੰਗੀ ਕੀਤੀ ਵੀ ਨਹੀਂ ਭੁੱਲਦੇ ਤੇ ਮਾੜੀ ਕੀਤੀ ਵੀ ਨਹੀਂ ਭੁੱਲਦੇ। ਪਰ ਉਹ ਇੱਥੇ ਆਇਆ, ਜੋ ਮਰਜ਼ਾਦਾ ਮੁਤਾਬਕ ਸਿੱਖੀ ਦੀ ਵੱਡੀ ਗੱਲ ਹੈ ਇਹ ਕਿ ਉਸੇ ਕਾਲ ਤੱਕ ਨੂੰ ਢਾਉਣ ਵਾਲਾ ਜਿਹਦੀ ਦਾਦੀ ਨੇ ਢਾਇਆ ਹੋਵੇ, ਉਹਦੇ ਸਾਹਮਣੇ ਸੰਗਤਾਂ ਨੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਉਹਨੇ ਸੇਵਾ ਵੀ ਕੀਤੀ, ਸਭ ਕੁਝ ਕੀਤਾ। ਉਹਦੇ ਮਨ ਦੀ ਭਾਵਨਾ ਕਿਹੋ ਜਿਹੀ ਆ ਕਿਹੋ ਜਿਹੀ ਨਹੀਂ, ਮੈਂ ਤਾਂ ਉਹਦੇ ਅੰਦਰ ਵੜ ਕੇ ਨਹੀਂ ਦੇਖਿਆ। ਜੋ ਦਿਖਾਈ ਦੇ ਰਿਹਾ ਉਹ ਚੰਗਾ, ਪਰ ਜਿਹੜੇ ਸਵਾਲ ਆ, ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਤੋਂ ਬਗੈਰ ਨਾ ਇਹ ਪਛਤਾਵਾ ਹੋ ਸਕਦਾ, ਨਾ ਕੋਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਦਿੱਤੀ ਜਾ ਸਕਦੀ ਆ। 2 ਦਿਨ ਦੇ ਟੀਵੀ ਚੈਨਲਾਂ ਤੇ ਫੋਟੋਆਂ ਜ਼ਰੂਰ ਆਉਣਗੀਆਂ, ਅਖਬਾਰਾਂ 'ਚ ਫੋਟੋਆਂ ਜ਼ਰੂਰ ਛਪਣਗੀਆਂ। ਸੋ ਮੈਂ ਅਖੀਰ ਤੇ ਫਿਰ ਇਹ ਕਹਿਣਾ ਕਿ ਸਿੱਖਾਂ ਨੇ ਅੱਜ ਇਹ ਸਾਬਤ ਕਰ ਦਿੱਤਾ ਕਿ ਸਿੱਖ ਨਿਰਭੈ ਨੇ, ਨਿਰਵੈਰ ਨੇ। ਗੁਰੂ ਘਰ ਦੇ ਵਿੱਚ ਜੋ ਮਰਜ਼ਾਦਾ ਵਾ, ਕੋਈ ਵੀ ਇੱਥੇ ਆਉਂਦਾ ਉਹ ਸਾਡੇ ਲਈ ਜਿਵੇਂ ਕਹਿੰਦੇ ਹੁੰਦੇ ਆ ਉਹਨੂੰ ਜਗ੍ਹਾ ਦਿੱਤੀ ਜਾਂਦੀ ਆ। ਸੋ ਭਾਵੇਂ ਕਿ ਅੱਜ ਵੀ ਮੈਂ ਦੇਖਿਆ ਕਿ ਲੰਗਰ ਦੇ ਵਿੱਚ ਸੰਗਤ ਜਿਹੜੇ ਸੇਵਾਦਾਰ ਸੀ, ਕਿਉਂਕਿ ਸਿਕਿਉਰਿਟੀ ਆ, ਹਾਈ ਪਾਵਰ ਸਿਕਿਉਰਿਟੀ ਆ, ਉਹਨਾਂ ਨੂੰ ਧੱਕੇ ਵੀ ਮਾਰੇ ਹੋਣਗੇ, ਕੁਝ ਵੀ ਕੀਤਾ, ਪਰ ਕਿਸੇ ਨੇ ਕੋਈ ਰਿਐਕਸ਼ਨ ਨਹੀਂ ਕੀਤਾ। ਸੋ ਅੱਜ ਦੇ ਮੀਡੀਆ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਿੱਖਾਂ ਦੀ ਇਸ ਅਕਸ ਨੂੰ ਜ਼ਰੂਰ ਉਭਾਰਿਆ ਜਾਵੇ ਕਿ ਸਿੱਖ ਜਿਹੜੇ ਆ ਉਹ ਆਪਣੀਆਂ ਇੱਕ ਮਰਜ਼ਾਦਾ 'ਚ ਰਹਿੰਦੇ ਆ ਜੋ ਗੁਰੂ ਸਾਹਿਬ ਨੇ ਦਿੱਤੀ। ਮੈਂ ਜਿੰਨਾ ਕੁਝ ਕਹਿਦਾ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ। ਪਰ ਇੱਕ ਜਿਸ ਤਰੀਕੇ ਨਾਲ ਇਤਿਹਾਸ ਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਤੇ ਕਿਹਨੇ ਜਾਣੂ ਕਰਾਇਆ ਹੋਗਾ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਜਿਹੜੇ ਗੁਰੂ ਜੀ ਨੇ ਕੀ ਕਰ ਕੀਤੇ ਸੀ ਜੀ, ਸਾਰਾ ਕੁਝ ਹੀ ਪਤਾ। ਇਹ ਗੱਲ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਪਤਾ ਨਹੀਂ? ਸਭ ਕੁਝ ਹੀ ਪਤਾ ਹੈ।
ਸੋ ਇਸ ਕਰਕੇ ਮੈਂ ਤਾਂ ਜਿੰਨੀਆਂ ਗੱਲਾਂ ਕੀਤੀਆਂ ਸਾਰਾ ਕੁਝ ਉਹਦੇ ਵਿੱਚ ਆ ਗਿਆ। ਮੈਂ ਕੋਈ ਇਹ ਤੁਹਾਡੇ ਨਾਲ ਵਿਚਾਰ ਸਾਂਝੀ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ, ਨਾ ਮੈਂ ਇੱਥੇ ਕਿਸੇ ਪਾਰਟੀ ਦੇ ਵਿਰੋਧ ਵਿੱਚ ਆ, ਨਾ ਕਿਸੇ ਪਾਰਟੀ ਦਾ ਬੁਲਾਰਾ। ਇੱਥੇ ਇੱਕ ਸੇਵਾਦਾਰ ਹੋਣ ਦੇ ਨਾਤੇ ਜੋ ਤੁਹਾਡੇ ਸਵਾਲ ਸੀ ਉਹਨਾਂ ਸਵਾਲਾਂ ਦਾ ਮੈਂ ਜਵਾਬ ਦਿੱਤਾ। ਅੱਜ ਚੁੱਪੀ ਰਹੀ ਬਸ। ਨਹੀਂ ਚਲੋ ਇਹ ਮੈਂ ਉਹਦੇ ਬਾਰੇ ਨਹੀਂ ਕਹਿ ਸਕਦਾ ਕਿ ਉਹ ਬੋਲਿਆ ਜਾਂ ਨਹੀਂ ਬੋਲਿਆ, ਬੋਲੂਗਾ ਜਾਂ ਨਹੀਂ ਬੋਲੂਗਾ। ਮੈਸੀ ਤਾਂ ਜਿਹੜਾ ਸਿੱਖੀ ਨਾਲ ਸੰਬੰਧਿਤ ਤੇ ਪ੍ਰਬੰਧਾਂ ਦੇ ਨਾਲ ਸੰਬੰਧਿਤ ਇੱਕ ਫਲਸਫੇ ਦੇ ਪਹਿਰੇਦਾਰੀ ਦੇਣ ਦੀ ਮਤਲਬ ਸੀ, ਉਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ। ਤੇ ਸਿੱਖਾਂ ਦੇ ਮਨ ਦੇ ਜਿਹੜੇ ਸਵਾਲ ਆ ਉਹ ਤੁਹਾਡੇ ਮੈਂ ਹਾਜ਼ਰ ਕੀਤੇ ਆ। ਨਹੀਂ ਚਲੋ ਮੈਂ ਨਹੀਂ ਇਹ ਗੱਲ ਕਹਿੰਦਾ ਕਿ ਉਹ ਗਏ ਆ ਜਾਂ ਨਹੀਂ ਗਏ, ਜਾਣ ਜ਼ਰੂਰ ਜਾਣਾ ਚਾਹੀਦਾ। ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ? ਮੈਂ ਫੇਰ ਇਹ ਗੱਲ ਕੀਤੀ ਸੀ ਕਿ ਆਪਣੀ ਦਾਦੀ ਦੀ ਕੀਤੀ ਗੱਲ ਨੂੰ ਉਹਦਾ ਜਵਾਬ ਨਹੀਂ ਦੇਣਗੇ। ਕੀ ਉਹ ਦਿੱਲੀ ਦੇ ਅੰਦਰ ਜਿਹੜੇ ਬਾਪ ਨੇ ਕਿਹਾ ਸੀ ਕਿ ਬੜਾ ਦਰਖਤ ਗਿਰਦਾ ਹੈ, ਇੰਨੇ ਲੋਕ ਮਰਦੇ ਆ, ਉਹਨੂੰ ਜਸਟੀਫਾਈ ਕੀਤਾ, ਉਹਦੇ ਕੇਸ ਖਤਮ ਕੀਤੇ। ਜਿਨ੍ਹਾਂ ਦੇ ਮਰ ਗਏ ਕਦੇ ਉਹਨਾਂ ਦਾ ਸਾਰ ਪੁੱਛੀ ਆ? ਦਿੱਲੀ ਆ, ਬਹੁਤ ਨੇੜੇ ਆ, ਜਿੱਥੇ ਰਹਿੰਦੇ ਹੋਣਗੇ ਤਾਂ ਕੋਈ 2-4-5 ਕਿਲੋਮੀਟਰ ਦੇ ਵਿੱਚ ਹੀ ਹੋਊਗਾ। ਕਦੇ ਉਹ ਨਹੀਂ ਪੁੱਛਿਆ। ਇੱਥੇ ਆਏ ਆ, ਕੋਈ ਪ੍ਰੋਬਲਮ ਨਹੀਂ ਸਾਨੂੰ। ਅਸੀਂ ਤਾਂ ਇੱਕ ਸੇਵਾਦਾਰ ਹੋਣ ਦੇ ਨਾਤੇ ਉਸ ਫਰਜ਼ ਨੂੰ ਅਦਾ ਕਰ ਰਹੇ ਹਾਂ। ਪਰ ਕੀ ਉਹ ਬਸਤੀਆਂ ਜਿਹੜੀਆਂ ਵਿਧਵਾ ਹੋ ਗਈਆਂ, ਉਹਨਾਂ ਬਸਤੀਆਂ 'ਚ ਜਾ ਕੇ ਕਦੇ ਪੁੱਛਣ ਦੀ ਮਤਲਬ ਜੁਰਤ ਕੀਤੀ ਆ? ਮੈਨੂੰ ਜੁਰਤ ਕਹਾਂਗਾ, ਕਿਉਂਕਿ ਜੇ ਮਨਸ਼ਾ ਸਾਫ਼ ਹੋਏਗੀ ਤਾਂ ਜ਼ਰੂਰ ਇਸ ਗੱਲ ਦਾ ਹੱਲ ਕੀਤਾ ਜਾ ਸਕਦਾ। 3 ਅਕਤੂਬਰ 2021 ਦਾ ਉਹ ਦਿਨ ਜਿਸ ਨੂੰ ਕੋਈ ਵੀ ਨਹੀਂ ਭੁਲਾ ਸਕਦਾ। ਹੁਣ ਇਹ ਦਿਨ ਸੀ ਉਹ ਜਦੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਲਖੀਮਪੁਰ ਖੀਰੀ ਵਿੱਚ, ਤਾਂ ਉੱਥੇ ਪਿੱਛੋਂ ਆ ਕੇ ਇੱਕ ਜੀਪ ਕਿਸਾਨਾਂ ਤੇ ਚੜ ਜਾਂਦੀ ਹੈ। ਕੁਝ ਗੱਡੀਆਂ ਹੋਰ ਸੀਗੀਆਂ ਨਾਲ, ਉਹਦੇ ਵਿੱਚ 8 ਜਣਿਆਂ ਦੀ ਮੌਤ ਹੁੰਦੀ ਹੈ। 5 ਕਿਸਾਨ ਸੀਗੇ, ਇੱਕ ਪੱਤਰਕਾਰ ਸੀ, ਕੁਝ ਲੋਕ ਵੀ ਸੀਗੇ ਭਾਜਪਾ ਪਾਰਟੀ ਨਾਲ ਸੰਬੰਧ ਰੱਖਦੇ ਸੀ। ਬਹੁਤ ਰੌਲਾ ਪਿਆ। ਲੰਬੇ ਸਮੇਂ ਤੋਂ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਜਿਹੜੇ ਸਿਆਸਤਦਾਨ ਦਾ ਇਹਦੇ ਵਿੱਚ ਨਾਮ ਆਉਂਦਾ ਸੀ ਅਜੇ ਮਿਸ਼ਰਾ ਟੈਨੀ, ਹੁਣ ਉਹਦਾ ਸਪੁੱਤਰ ਆਸ਼ੀਸ਼ ਮਿਸ਼ਰਾ ਟੈਨੀ, ਹੁਣ ਨਾਮ ਆਏ ਜਦੋਂ ਪਤਾ ਲੱਗਿਆ ਕਿ ਸਿੱਧੇ ਤੌਰ ਤੇ ਕਦੀ ਨਾ ਕਦੀ ਵਿੱਚ ਸ਼ਾਮਲ ਹੈਗੇ ਆ। ਸਿਆਸਤ ਦਾ ਭਾਰਾ ਪੱਖ ਸੀਗਾ, ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਅੱਜ ਤੱਕ ਵੀ ਕੁਝ ਕੁ ਪਰਿਵਾਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਪੁਲਿਸ ਸੁਰੱਖਿਆ ਤਾਂ ਮਿਲੀ ਹੈ, ਪਰ ਸੁਰੱਖਿਆ ਉਹਨਾਂ ਨੂੰ ਮਿਲਣ ਦੇ ਬਾਵਜੂਦ ਵੀ ਕੁਝ ਕੁ ਪੁਲਿਸ ਵਾਲੇ ਕਹਿੰਦੇ ਕਿ ਉੱਥੇ ਸ਼ਾਮੇ ਜਿਹੇ ਹੋ ਕੇ ਬਹਿ ਜਾਂਦੇ ਆ, ਕਿਉਂਕਿ ਅਜੇ ਕਦੋਂ ਇਨਸਾਫ ਮਿਲਣਾ ਕਦੋਂ ਨਹੀਂ ਕਿਹਾ ਨਹੀਂ ਜਾ ਸਕਦਾ। 4 ਕਿਸਾਨ ਰੈਲੀ ਦੇ ਵਿੱਚ ਸੀਗੇ, ਇੱਕ ਪੱਤਰਕਾਰ ਉਹਨੂੰ ਕਵਰ ਕਰ ਰਿਹਾ ਸੀ ਜਦੋਂ ਪਿੱਛੋਂ ਆ ਕੇ ਗੱਡੀ ਲੱਗਦੀ ਹੈ। ਇਸ ਮਾਮਲੇ ਵਿੱਚ SIT ਬਣਾਈ ਗਈ, 5000 ਪੇਜਾਂ ਦਾ ਚਲਾਨ ਪੇਸ਼ ਕੀਤਾ ਗਿਆ। ਲੋਅਰ ਕੋਰਟ ਤੋਂ ਗੱਲ ਸੁਪਰੀਮ ਕੋਰਟ ਤੱਕ ਗਈ। ਲੋਅਰ ਕੋਰਟ ਦੇ ਵਿੱਚ ਇਹ ਪੁੱਛਿਆ ਗਿਆ, ਸੁਪਰੀਮ ਕੋਰਟ ਨੇ ਵੀ ਪੁੱਛਿਆ ਸੀਗਾ ਕਿ ਸਾਨੂੰ ਦੱਸਿਆ ਤਾਂ ਜਾਵੇ ਆਖਰ ਕਦੋਂ ਤੱਕ ਇਸ ਮਾਮਲੇ ਦੀ ਸੁਣਵਾਈ ਹੋ ਸਕਦੀ ਹੈ, ਤੇ ਕਿਹਾ ਗਿਆ ਕਹਿੰਦੇ ਕਿ 5 ਸਾਲ ਵੀ ਲੱਗ ਸਕਦੇ ਨੇ। ਵੈਸੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ 2014 ਚ ਆਏ ਤਾਂ ਉਹਨਾਂ ਨੇ ਫਾਸਟ ਟਰੈਕ ਅਦਾਲਤਾਂ ਦੀ ਗੱਲ ਕੀਤੀ, ਅਜੇ ਤੱਕ ਨਹੀਂ ਬਣੀਆਂ। ਹੋ ਸਕਦਾ 1-2 ਕੇਸਾਂ ਦੇ ਵਿੱਚ ਬਹੁਤ ਜਲਦੀ ਸੁਣਵਾਈ ਹੋਈ ਵੀ ਹੋਵੇ, ਪਰ ਲੰਬਾ ਸਮਾਂ ਲੱਗ ਜਾਂਦਾ। ਹੁਣ ਪਹਿਲੀ ਗੱਲ ਇਹ ਸੀਗੀ ਕਿ FIR ਜਦੋਂ ਦਰਜ ਕੀਤੀ ਗਈ, 2 FIR ਹੈ ਇਹਦੇ ਵਿੱਚ। ਪਹਿਲੀ ਜਦੋਂ ਦਰਜ ਕੀਤੀ ਗਈ ਉਹਦੇ ਵਿੱਚ ਅਜੇ ਮਿਸ਼ਰਾ ਟੈਨੀ ਦਾ ਨਾਮ ਹੀ ਨਹੀਂ ਸੀਗਾ। ਮੁੱਖ ਤੌਰ ਤੇ ਮੰਨਿਆ ਗਿਆ ਸੀ, ਇਹਦੇ ਵਿੱਚ ਦੋਸ਼ੀ ਮੰਨਿਆ ਗਿਆ ਸੀ, ਆਰੋਪੀ ਸ਼ਾਮਲ ਕੀਤਾ ਗਿਆ ਨਾਮ ਦੇ ਤੌਰ ਤੇ, ਪਰ ਵਿੱਚ ਨਹੀਂ, ਕਹਿੰਦੇ ਨਹੀਂ ਸੀਗਾ। ਹੁਣ ਉਹ ਮਾਮਲਾ ਅੱਗੇ ਵੱਲ ਵੱਧਦਾ ਦਿਖਾਈ ਦਿੰਦਾ ਪਿਆ। SIT ਕਹਿੰਦੀ ਹੈ ਕਿ ਅਸੀਂ ਸਬੂਤ ਇਕੱਠੇ ਕੀਤੇ। SIT ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਪਰ ਇਹਦੇ ਵਿੱਚ ਇੰਨੇ ਜ਼ਿਆਦਾ ਗਵਾਹ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਅਜੇ ਤੱਕ ਕੇਸ ਨੂੰ ਚੰਗੇ ਤਰੀਕੇ ਨਾਲ ਨਿਪਟਿਆ ਨਹੀਂ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਕੇਸ ਹੱਲ ਹੋਣਾ ਕਿੰਨਾ ਸਮਾਂ ਲੱਗਣਾ, ਕਿਉਂਕਿ ਜਿਹੜੇ 14 ਜਣੇ ਮੁੱਖ ਤੌਰ ਤੇ ਵਿੱਚ ਸ਼ਾਮਲ ਕੀਤੇ ਸੀ ਉਹਨਾਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਨੇ। ਪਰਿਵਾਰਕ ਮੈਂਬਰ ਕਹਿੰਦੇ ਆ ਅਸੀਂ ਇਨਸਾਫ ਦੀ ਉਡੀਕ ਕਰਦੇ ਪਏ ਆ, ਸਾਨੂੰ ਅਦਾਲਤਾਂ ਤੇ ਭਰੋਸਾ, ਅਸੀਂ ਉਂਗਲ ਨਹੀਂ ਚੁੱਕ ਸਕਦੇ, ਪਰ ਇਹ ਭਰੋਸਾ ਉਹਨਾਂ ਦਾ ਕਿੰਨਾ ਕੁ ਠੀਕ ਰਹੇਗਾ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ। ਕੇਸ ਜਿਸ ਹਿਸਾਬ ਨਾਲ ਲੜੇ ਜਾ ਰਹੇ ਨੇ, ਵਕੀਲ ਇਸ ਮਾਮਲੇ ਤੇ ਕਹਿੰਦੇ ਆ ਕਿ ਅਸੀਂ ਵੀ ਪੂਰੀ ਕਾਰਵਾਈ ਕਰਦੇ ਪਏ ਆ, ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਸਬੂਤ ਇਕੱਠੇ ਕਰਨ ਦੀ ਗੱਲ ਕੀਤੀ ਗਈ ਹੈ, ਸਬੂਤ ਅਸੀਂ ਪੇਸ਼ ਵੀ ਕੀਤੇ ਆ, ਪਰ ਫਿਰ ਵੀ ਆਖਿਰ ਕਾਨੂੰਨ ਕੀ ਫੈਸਲਾ ਦਿੰਦਾ ਇਹਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 500 ਤੋਂ ਵੱਧ ਗਵਾਹ ਨੇ ਉੱਥੇ, ਉਹਨਾਂ ਦੀ ਗਵਾਹੀ ਹੋ ਚੁੱਕੀ ਹੈ, ਪਰ ਅਜੇ ਵੀ ਲੱਗਦਾ ਪਿਆ ਕਿ ਕੰਮ ਕਿਸੇ ਪਾਸੇ ਨਹੀਂ ਲੱਗਦਾ ਪਿਆ। 3 ਗਵਾਹਾਂ ਦੇ ਵਿੱਚੋਂ ਮੌਤ ਵੀ ਹੋ ਚੁੱਕੀ ਹੈ, ਦੋਸ਼ੀ ਵੀ ਜਿਹੜੇ ਵਿੱਚ ਸ਼ਾਮਲ ਸੀਗੇ ਉਹਨਾਂ ਦੀ ਵੀ 3 ਜਣਿਆਂ ਦੀ ਮੌਤ ਹੋ ਚੁੱਕੀ ਹੈ। ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਗੱਲ ਕਿੱਧਰ ਨੂੰ ਜਾਂਦੀ ਹੈ, ਕਿਉਂਕਿ ਸਮੇਂ ਦੀ ਘਾਟ ਹੈ, ਇਸ ਕਰਕੇ ਫਿਰ ਕਿਸੇ ਦਿਨ ਲਖੀਮਪੁਰ ਵਾਲੇ ਮਾਮਲੇ ਤੇ ਚਰਚਾ ਕਰਾਂਗੇ ਕਿ ਗੱਲ ਕਿੱਧਰ ਨੂੰ ਜਾਂਦੀ ਪਈ ਹੈ, ਕਿੱਥੇ ਕੇਸ ਖੜਾ ਤੇ ਅਦਾਲਤ ਵਿੱਚ ਕੀ ਰਿਪੋਰਟ ਆਉਣ ਦੀ ਸੰਭਾਵਨਾ ਹੈ। ਵੈਸੇ ਤਾਂ ਅਸੀਂ ਕਿਆਸ ਰਾਈਆਂ ਨਹੀਂ ਲਗਾ ਸਕਦੇ ਅਦਾਲਤ ਦੀ ਰਿਪੋਰਟ ਦੀਆਂ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚੋਂ ਕੀ ਨਿਕਲਦਾ ਹੈ।
ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।